ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਗੁਰੂ ਘਰ ਦੇ ਕੀਰਤਨੀਆਂ ਦੀ ਰਸਨਾ ਦੁਆਰਾ ਸਰਵਣ ਕੀਤੇ ਹਨ। ਹੁਣ ਸਮਾਂ ਬਣਿਆ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਵਿੱਤਰ ਪਾਵਨ ਜੀਵਨ ਦੀ ਕਥਾ ਦਾ। ਸਤਿਗੁਰੂ ਜੀ ਮਾਲਵੇ ਦੀ ਧਰਤੀ ਨੂੰ ਭਾਗ ਲਾ ਰਹੇ ਹਨ। ਸਾਬੋ ਕੀ ਤਲਵੰਡੀ ਤਖਤ ਸ੍ਰੀ ਦਮਦਮਾ ਸਾਹਿਬ, ਇੱਥੇ ਸਤਿਗੁਰਾਂ ਜੀ ਦੇ ਕੋਲ ਸੁਨੇਹਾ ਭੇਜਿਆ ਕਿ ਜ਼ਬਰਦਸਤ ਖਾਨ ਲਾਹੌਰ ਦਾ ਸੂਬਾ ਤਿਆਰੀ ਕਰ ਰਿਹਾ। ਸਤਿਗੁਰੂ ਜੀ ਕਹਿੰਦੇ ਕੋਈ ਗੱਲ ਨਹੀਂ ਭਾਈ, ਸਾਡੀ ਵੀ ਤਿਆਰੀ ਹੈ। ਗੁਰੂ ਕਾ ਖਾਲਸਾ ਸ਼ਸਤਰਾਂ ਦਾ ਅਭਿਆਸ ਕਰ ਰਿਹਾ ਹੈ। ਚੰਡੀ ਕੀ ਵਾਰ ਦੇ ਪਾਠ ਹੋ ਰਹੇ ਹਨ। ਇਹ ਸਾਰੇ ਚੜ੍ਹਦੀ ਕਲਾ ਦੇ ਪ੍ਰਤੀਕ ਨੇ। ਇਸ ਤਰ੍ਹਾਂ ਹੀ ਖਾਲਸਾ ਵੱਧਦਾ ਰਹੇਗਾ, ਤੁਰਕਾਂ ਦਾ ਨਾਸ਼ ਕਰਦਾ ਰਹੇਗਾ। ਜਿਹੜਾ ਵੀ ਗੁਰੂ ਨਾਨਕ ਦੇ ਘਰ ਤੇ ਚੜ੍ਹ ਕੇ ਆਇਆ ਉਹ ਆਪਣੀ ਪੱਤ ਲੁਹਾ ਕੇ ਗਿਆ। ਕਈ ਵਾਰੀ ਸਤਿਗੁਰੂ ਜੀ ਅੰਮ੍ਰਿਤ ਦੇ ਕੜਾਹੇ ਤਿਆਰ ਕਰਕੇ ਅੰਮ੍ਰਿਤ ਸਰੋਵਰ ਦੇ ਵਿੱਚ ਪਾ ਦਿੰਦੇ। ਸਿੱਖਾਂ ਨੇ ਪੁੱਛਿਆ, ਮਹਾਰਾਜ ਇਹ ਸਾਨੂੰ ਸਮਝ ਵਿੱਚ ਨਹੀਂ ਆਈ। ਪਾਤਸ਼ਾਹ ਜੀ ਕਹਿੰਦੇ ਭਾਈ ਇਹ ਖਾਲਸੇ ਦੀ ਸੁਮੇ ਬਾਣੀ ਹੈ, ਇਤੋਂ ਹਰ ਵਕਤ ਅੰਮ੍ਰਿਤ ਝਰਦਾ ਰਹੇਗਾ। ਸਿੱਖ ਵੱਧਦੇ ਫੁੱਲਦੇ ਰਹਿਣਗੇ ਅੰਮ੍ਰਿਤ ਛਕ ਕੇ। ਭਾਈ ਡਾਲ ਸਿੰਘ ਸਤਿਗੁਰਾਂ ਜੀ ਦੀ ਸੇਵਾ ਕਰਕੇ ਖੁਸ਼ੀ ਲੈ ਰਿਹਾ ਹੈ। ਜਦੋਂ ਗੁਰੂ ਪਾਤਸ਼ਾਹ ਜੀ ਅੰਮ੍ਰਿਤ ਛਕਣ ਨੂੰ ਕਹਿੰਦੇ ਮੈਂ ਤੇ ਬਹੁਤ ਅੰਮ੍ਰਿਤ ਛਕਿਆ। ਸਾਹਿਬ ਜੀ ਕਹਿੰਦੇ ਕਦੋਂ? ਕਹਿੰਦਾ ਪਾਤਸ਼ਾਹ ਤੁਹਾਡਾ ਜਿਹੜਾ ਸੀਤ ਪ੍ਰਸ਼ਾਦ ਛਕਦਾ ਮੈਂ ਇਹ ਅੰਮ੍ਰਿਤ ਹੀ ਹੁੰਦਾ ਹੈ। ਸਤਿਗੁਰੂ ਜੀ ਹੱਸ ਪਏ, ਕਹਿੰਦੇ ਭਾਈ ਹੁੱਡਤਾਂ ਨਹੀਂ ਕਰੀਦੀਆਂ, ਅੰਮ੍ਰਿਤ ਅੰਮ੍ਰਿਤ ਹੀ ਹੁੰਦਾ ਹੈ। ਸੋਹਣਾ ਢਾਲਾ ਕਿਰਪਾਨ ਸਤਿਗੁਰਾਂ ਜੀ ਨੇ ਬਖਸ਼ੀ ਔਰ ਕਹਿ ਰਹੇ ਮਹਾਰਾਜ ਜਦੋਂ ਦੁਸ਼ਮਣ ਆਇਆ ਤੇ ਉਦੋਂ ਅਸੀਂ ਹੱਥ ਦਿਖਾਵਾਂਗੇ। ਗੁਰੂ ਪਾਤਸ਼ਾਹ ਜੀ ਚੁੱਪ ਨੇ ਵੀ ਤਾਂ ਸਮੇਂ ਤੇ ਹੀ ਪਤਾ ਲੱਗਣਾ ਹੈ। ਇਸ ਤੋਂ ਅੱਗੇ ਕਥਾ ਦੀ ਰਮਤਾ ਹੁੰਦੀ ਹੈ। ਆਓ ਰਸਨਾ ਤੇ ਮੁੱਖ ਨੂੰ ਕਰੀਏ ਪਵਿੱਤਰ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਆਇਓ ਰਾਮਾ ਏਕ ਦਿਨ, ਸੰਗਤ ਲੋਕਾ ਜਾਹੇ। ਇੱਕ ਦਿਨ ਦੀ ਗੱਲ ਹੈ ਵੀ ਜਦੋਂ ਗੁਰੂ ਕੇ ਦਰਬਾਰ ਦੇ ਵਿੱਚ ਭਾਈ ਰਾਮਾ ਤੇ ਭਾਈ ਤਲੋਕਾ ਆਏ ਹਨ। ਜੋਨ ਦਾਲ ਕੋ ਸਕਟ ਭਰ, ਪਹੁੰਚੇ ਸਤਿਗੁਰ ਪਾਹੇ। ਇਹਨਾਂ ਦੇ ਕੋਲ ਰਸਦ ਦੇ ਗੱਡੇ ਭਰੇ ਹੋਏ ਨੇ। ਸਮੇਂ ਦੇ ਮੁਤਾਬਕ ਹਲਦੀ, ਲੂਣ, ਦਾਲਾਂ, ਅਨਾਜ ਭਰ ਕੇ ਲਿਆਏ ਲੰਗਰ ਦੇ ਵਾਸਤੇ ਰਸਦ। ਜੋ ਭਾਈ ਦੋਨੋਂ ਸ਼ਰਧਾਲੂ ਕਰ ਦਰਸ਼ਨ, ਦੋਵੇਂ ਭਾਵਨਾ ਵਾਲੇ ਹਨ, ਸਤਿਗੁਰਾਂ ਜੀ ਦੇ ਦਰਸ਼ਨ ਕਰਦੇ। ਸ਼ਰਧਾਲੂ ਦਾ ਭਾਵ ਜਿਨ੍ਹਾਂ ਦਾ ਸਤਿਗੁਰਾਂ ਜੀ ਤੇ ਪੂਰਨ ਯਕੀਨ ਹੈ। ਕਿਹੜਾ? ਕਿ ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਇਹ ਸਿੱਖ ਦਾ ਪੂਰਨ ਯਕੀਨ ਹੈ ਸਤਿਗੁਰਾਂ ਜੀ ਦੇ ਉੱਤੇ। ਹਰ ਸਿਰ ਚਰਨ ਸਰੋਜਨ ਪਰਸਨ, ਸਤਿਗੁਰਾਂ ਜੀ ਦੇ ਚਰਨਾਂ ਤੇ ਸੀਸ ਰੱਖਣਾ, ਚਾਰਨ ਪਰਸਣੇ। ਹਾਥ ਜੋਰ ਪੁਨ ਠਾਡੇ ਪਏ, ਫਿਰ ਦੋਵੇਂ ਹੀ ਸਤਿਗੁਰਾਂ ਜੀ ਦੇ ਅੱਗੇ ਹੱਥ ਜੋੜ ਕੇ ਖੜੇ ਹਨ। ਦਇਆ ਸਿੰਧ ਤਬ ਬੂਝਨ ਕਏ, ਦਇਆ ਦੇ ਸਮੁੰਦਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਪੁੱਛਦੇ ਹਨ। ਰਾਮਾ ਸਿੰਘ ਤੇ ਲੋਕ ਸਿੰਘ ਸੁਣ। ਸਤਿਗੁਰੂ ਜੀ ਕਹਿੰਦੇ ਭਾਈ ਰਾਮ ਸਿਆ ਤਲੋਕ ਸਿਆ ਸੁਣਨਾ ਕਰੋ। ਰਸਤ ਸਕਟ ਪਰ ਲਿਆਏ ਬਹੁਤ ਮਨ। ਇਹ ਕਾਫੀ ਕਮਾਣ ਕਾਫੀ ਰਸਦ ਤੁਸੀਂ ਲੈ ਕੇ ਆਏ ਹੋ ਗੱਡਿਆਂ ਦੇ ਵਿੱਚ। ਕਹਤੇ ਆਨੀ ਕੀ ਨ ਖਰੀਦ। ਸਤਿਗੁਰੂ ਜੀ ਕਹਿੰਦੇ ਭਾਈ ਇਹ ਕਿਵੇਂ ਲਿਆਇਓ? ਖਰੀਦ ਕੇ ਲਿਆਇਓ ਤੁਸੀਂ ਨਿਜ ਕਰਤੇ ਸਕਲ ਰਸੀਦ। ਜਾਂ ਆਪਣੇ ਘਰੋਂ ਹੀ ਪਹੁੰਚਾਉਣਾ ਕੀਤੀਆਂ ਨੇ ਰਸਦਾ। ਪਾਤਸ਼ਾਹ ਨਿਜ ਕਰਤੇ ਲਿਆਏ। ਦੋਵਾਂ ਨੇ ਕਿਹਾ ਵੀ ਪਾਤਸ਼ਾਹ ਵੀ ਅਸੀਂ ਘਰੋਂ ਹੀ ਲੈ ਕੇ ਆਏ ਆ। ਬੰਦਪ ਅਪਰਨ ਪੀ ਕੁਛ ਪਾਏ। ਆ ਕੁਝ ਨਾਲ ਦਿਆਂ ਨੇ ਸ਼ਰੀਕੇ ਵਾਲਿਆਂ ਨੇ ਵਿੱਚੋਂ ਪਰਿਵਾਰ ਦੇ ਸੰਬੰਧੀਆਂ ਨੇ ਉਹਨਾਂ ਨੇ ਵੀ ਪਾਉਣਾ ਕੀਤੀ ਹੈ ਰਸਦ। ਸਭ ਤੇ ਕਰ ਬਟੋਰ ਇਹ ਆਨੀ। ਅਸੀਂ ਸਾਰਿਆਂ ਦੇ ਕੋਲੋਂ ਲਿਆਏ ਆ ਇਕੱਠੀ ਕਰਕੇ ਰਸਦ। ਸੀ ਦਰਸ਼ਨ ਕੀ ਚਾਹ ਮਹਾਨੀ। ਮਨ ਬਣਿਆ ਸੀ ਆਪ ਜੀ ਦੇ ਦਰਸ਼ਨ ਕਰਨ ਦਾ। ਇੱਕ ਸਿੱਖ ਗੁਰ ਕੇ ਨਿਕਟ ਉਚਾਰੇ। ਜਦੋਂ ਭਾਈ ਰਾਮ ਸਿੰਘ ਤੇ ਭਾਈ ਤਲੋਕ ਸਿੰਘ ਸਤਿਗੁਰਾਂ ਜੀ ਦੇ ਕੋਲ ਆਏ ਰਸਦ ਬਾਰੇ ਦੱਸਿਆ। ਸਿਰਫ ਇਹ ਸਿੱਖਿਆ ਗੁਰੂ ਨਾਨਕ ਦੇ ਘਰ ਤੋਂ ਮਿਲਦੀ ਕਿ ਭਾਈ ਥੋੜੇ ਚੋਂ ਥੋੜਾ ਬਹੁਤੇ ਚੋਂ ਬਹੁਤਾ ਦਸਵੰਧ ਜ਼ਰੂਰ ਕੱਢਣਾ ਚਾਹੀਦਾ ਹੈ, ਜਿਸ ਤਰੀਕੇ ਨਾਲ ਵੀ ਆਪਾਂ ਕੱਢ ਸਕਦੇ ਹਾਂ। ਇੱਕ ਚੁਟਕੀ ਆਟੇ ਦੀ ਕੁਝ ਨਹੀਂ ਹੁੰਦੀ ਹੈ, ਹਰ ਇੱਕ ਦੇ ਸਕਦਾ ਹੈ, ਕਿਉਂਕਿ ਆਟਾ ਤੇ ਸਭ ਦੇ ਘਰੇ ਹੁੰਦਾ ਹੀ ਹੈ ਨਾ। ਉਹਦੇ 'ਚ ਇੱਕ ਚੁਟਕੀ, ਹੁਣ ਇੱਕ ਚੁਟਕੀ ਲੰਗਰ ਦੇ ਵਿੱਚ ਪੈ ਗਈ ਆ ਕੇ, ਤੇ ਲੰਗਰ ਕਿੱਡਾ ਵੱਡਾ ਬਣਨਾ ਆਪਾਂ ਨੂੰ ਪਤਾ ਨਹੀਂ, ਤੇ ਉਹ ਅੰਸ ਜਿਹੜੀ ਹੈ ਉਹ ਸਾਰੀ ਸੰਗਤ ਦੇ ਕੋਲ ਚਲੀ ਜਾਂਦੀ। ਉਹ ਸੰਗਤ ਜਿਨ੍ਹਾਂ ਨੇ ਪ੍ਰਸ਼ਾਦਾ ਹੱਥ 'ਚ ਲੈ ਕੇ ਸਤਿਨਾਮ ਵਾਹਿਗੁਰੂ ਕਹਿਣਾ, ਛਕ ਕੇ ਫਿਰ ਮਾਲਕ ਦਾ ਸ਼ੁਕਰਾਨਾ ਕਰਨਾ। ਤੇ ਹੁਣ ਆਈ ਤੇ ਇੱਕ ਚੁਟਕੀ ਹੋਇਆ, ਪਰ ਜਦੋਂ ਹੁਣ ਇੰਨੀ ਸੰਗਤ ਨੇ ਕਹਿਣਾ ਤਾਂ ਉਹਨਾਂ ਦੇ ਘਰੇ ਵੀ ਬਰਕਤਾਂ ਪੈ ਜਾਂਦੀਆਂ। ਇਹ ਗੱਲ ਸਿਖਾਈ ਨਾ ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ, ਕਹਿੰਦੇ ਸਿੱਖੋ ਖਾਲੀ ਨਾ ਆਇਆ ਕਰੋ। ਬੇਸ਼ੱਕ ਇੱਕ ਚੁਟਕੀ ਲਿਆਏ ਪਰ ਖਾਲੀ ਨਹੀਂ ਆਉਣਾ, ਕੁਝ ਨਾ ਕੁਝ ਲੰਗਰ ਦੇ ਵਿੱਚ ਪਾਉਣਾ ਜ਼ਰੂਰ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਨਹੀਂ ਕਦੇ ਸ਼ਰਮਿੰਦੇ ਹੋਣਾ ਵੀ ਮੈਂ ਇੰਨੀ ਕਿਉਂ ਲੈ ਕੇ ਜਾਵਾਂ, ਕਦੇ ਵੀ ਨਹੀਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਬਾਰ ਵਿੱਚ ਮਾਈ ਆਈ ਦਰਸ਼ਨ ਕਰਨ, ਤੇ ਜਦੋਂ ਅੱਗੇ ਭੇਟਾਵਾਂ ਦੇਖੀਆਂ ਨਾ ਤੇ ਉਹਨੇ ਆਪਣੇ ਗੁੜ ਦੀ ਰੋੜੀ ਲੁਕੋ ਲਈ। ਕਹਿੰਦੀ ਵੀ ਮੈਂ ਹੁਣ ਚੰਗੀ ਲੱਗੂਗੀ ਇੱਥੇ ਗੁੜ ਦੀ ਰੋੜੀ ਰੱਖਦੀ। ਤੇ ਜਦੋਂ ਪਹੁੰਚੀ ਸਤਿਗੁਰੂ ਜੀ ਕਹਿੰਦੇ ਮਾਤਾ ਲਿਆ ਗੁੜ ਖਾਣ ਨੂੰ ਬੜਾ ਜੀ ਕਰਦਾ। ਗੁਰੂ ਪਾਤਸ਼ਾਹ ਜੀ ਨੇ ਆਪੇ ਮੰਗ ਲਿਆ। ਭਾਈ ਕੋਈ ਸੰਗ ਨਹੀਂ ਹੈ, ਥੋੜੇ ਚੋਂ ਥੋੜਾ ਬਹੁਤੇ ਚੋਂ ਬਹੁਤਾ ਬਰਕਤ ਪੈਂਦੀ ਹੈ ਧਰਮ ਦੇ ਨਾਂ ਦੇ ਉੱਤੇ ਦੇਣ ਨਾਲ। ਤੋ ਸਤਿਗੁਰੂ ਜੀ ਪੁੱਛਦੇ ਵੀ ਰਸਤਾ ਲੈ ਕੇ ਆਏ ਭਾਈ, ਘਰੋਂ ਲੈ ਕੇ ਆਏ ਹੋ ਜਾਂ ਖਰੀਦ ਕੇ ਲਿਆਇਓ ਜਾਂ ਫਿਰ ਕਿਸੇ ਹੋਰ ਤਰੀਕੇ ਨਾਲ? ਉਹਨੇ ਕਿਹਾ ਨਹੀਂ ਮਹਾਰਾਜ, ਸਾਰਿਆਂ ਤੋਂ ਇਕੱਠਾ ਕੀਤਾ ਤਿਲ ਫੁੱਲ ਵੀ ਸਾਰਿਆਂ ਦਾ ਭਲਾ ਹੋ ਜਾਵੇ, ਸਭ ਦੇ ਘਰੇ ਬਰਕਤ ਪੈ। ਇਹ ਹੈ ਸਿੱਖ ਦੀ ਮਹਾਨ ਸੋਚ ਕਿ ਉਹ ਸਭ ਦਾ ਭਲਾ ਚਾਹੁੰਦਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਕੰਮ ਤੇ ਇਕੱਲਾ ਵੀ ਕਰ ਸਕਦਾ। ਜਹਾਂਗੀਰ ਬਾਦਸ਼ਾਹ ਕਹਿੰਦਾ ਵੀ ਮੈਂ ਅਕਾਲ ਤਖ਼ਤ ਸਾਹਿਬ ਦੀ ਸੇਵਾ ਇਕੱਲਾ ਹੀ ਕਰਾ ਦਿੰਦਾ। ਸਤਿਗੁਰਾਂ ਜੀ ਨੇ ਕਿਹਾ ਨਹੀਂ, ਅਸੀਂ ਸਿੱਖਾਂ ਦਾ ਭਲਾ ਕਰਨਾ। ਇੱਕ ਇੱਕਟ ਲੈਣੀ ਆ ਸਿੱਖਾਂ ਦੇ ਕੋਲੋਂ, ਸਿੱਖਾਂ ਦਾ ਭਲਾ ਕਰਨਾ। ਸੋ ਗੁਰਮੁਖੋ ਇਸ ਤਰ੍ਹਾਂ ਬਰਕਤਾਂ ਪੈਂਦੀਆਂ।
ਭਾਈ ਰਾਮਾ ਭਾਈ ਤਲੋਕਾ ਸਤਿਗੁਰਾਂ ਜੀ ਦੇ ਸਾਹਮਣੇ ਹੱਥ ਜੋੜ ਕੇ ਖੜੇ ਤੇ ਨਾਲੋਂ ਹਜੂਰੀਆ ਸਿੱਖ ਲੱਗਿਆ ਕਹਿਣ, ਸਾਹਿਬ ਜਾਦੇ ਤਹਿ ਸੰਸਕਾਰ। ਕਹਿੰਦੇ ਮਹਾਰਾਜ ਇਹ ਉਹ ਸਿੱਖ ਨੇ ਜਿਨ੍ਹਾਂ ਨੇ ਆਪ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸੇਵਾ ਕੀਤੀ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਉਹਨਾਂ ਦੀ ਸੇਵਾ ਕੀਤੀ ਇਹਨਾਂ ਨੇ। ਕਿਹੜੀ ਸੇਵਾ ਕੀਤੀ? ਪਾਵਨ ਸਰੀਰ ਇਹਨਾਂ ਨੇ ਸੰਭਾਲੇ, ਉਹਨਾਂ ਨੇ ਸੰਸਕਾਰ ਕੀਤਾ। ਇਹਨਾਂ ਨੂੰ ਉਹ ਸੇਵਾ ਮਿਲੀ ਹੈ। ਇਨਹੁ ਕਰੀ ਕ੍ਰਿਤ ਤੁਰਕਣ ਮਾਹੀ। ਜਿਸ ਵਕਤ ਤੁਰਕਾਂ ਨੇ ਜੰਗਾਂ ਯੁੱਧਾਂ ਦੇ ਵਿੱਚ ਜਿਮ ਹੋਏ ਸੁਣੀਐ ਇਨ ਪਾਹੀ। ਕਹਿੰਦੇ ਮਹਾਰਾਜ ਵੀ ਇਹਨਾਂ ਦੇ ਕੋਲੋਂ ਸੁਣੋ ਵੀ ਆਪ ਜੀ ਤਾਂ ਆ ਗਏ, ਬਾਅਦ ਦੇ ਵਿੱਚ ਜੋ ਕੁਝ ਹੋਇਆ। ਇੱਕ ਬਰਾੜ ਤਬ ਲਗਿਓ ਸੁਣਾਵਨ। ਤਾਂ ਉਸ ਵਕਤ ਇਹਨਾਂ ਨੇ ਕਿਹਾ ਵੀ ਮਹਾਰਾਜ ਵੀ ਹੁਣ ਜਿਹੜੀ ਸੇਵਾ ਹੋਊਗੀ ਉਹਦੇ ਬਾਰੇ ਕੀ ਕਹਿਣਾ ਹੁੰਦਾ, ਕੀ ਦੱਸਣਾ ਹੁੰਦਾ। ਜੋ ਹੋ ਗਿਆ ਹੋ ਗਿਆ, ਸੇਵਾ ਸਿਮਰਨ ਬਾਰੇ ਕੀ ਕਿਸੇ ਨੂੰ ਦੱਸਣਾ ਹੈ? ਉਹ ਤਾਂ ਆਪਣਾ ਹੀ ਹੈ ਨਾ, ਵਿਖਾਵਾ ਨਹੀਂ। ਤਾਂ ਫਿਰ ਦੂਸਰਾ ਸਿੱਖ ਬਰਾੜ ਲੱਗਿਆ ਦੱਸਣ, ਰਣ ਕੇ ਤੰ ਪਇਓ ਪਟ ਕਾਮਨ। ਕਹਿੰਦੇ ਮਹਾਰਾਜ ਵੀ ਜਦੋਂ ਇਹ ਯੁੱਧ ਹੋਇਆ ਆਪ ਜੀ ਦਾ, ਉੱਥੇ 40 ਭੁੱਖਣ ਭਾਣੇ ਸਿੰਘ, 10 ਲੱਖ ਦੀ ਸੈਨਾ। ਪ੍ਰਭ ਜੀ ਤੁਰਕਣ ਤੇ ਡਰ ਤਰਕ। ਕਿ ਪਾਤਸ਼ਾਹ ਜੀ ਯੁੱਧ ਦੀ ਸਮਾਪਤੀ ਹੋਈ ਤੇ ਹੁਣ ਤੁਰਕਾਂ ਦਾ ਡਰ ਸਾਰਿਆਂ ਦੇ ਅੰਦਰ ਹੀ ਸੀ। ਹਰ ਇੱਕ ਡਰਦਾ ਸੀ ਕਿ ਜੇ ਹੁਣ ਅਸੀਂ ਗੁਰੂ ਵੱਲ ਜਾਂਦੇ ਆ ਤਾਂ ਤੁਰਕਾਂ ਨੇ ਸਾਡੇ ਨਾਲ ਲਿਹਾਜ਼ ਕੋਈ ਨਹੀਂ ਕਰਨੀ ਕਿ ਤੁਸੀਂ ਗੁਰੂ ਦੇ ਸੰਗੀ ਹੋ, ਗੁਰੂ ਦਾ ਪੱਖ ਕਰਦੇ ਹੋ। ਸਾਰੇ ਡਰਦੇ ਸਨ। ਬੇਸ ਬਾਬਰੋ ਆਪਣੋ ਕਰਕੇ। ਤੇ ਸੈਨਾ ਨੇ ਫਿਰ ਆਪਣਾ ਭੇਖ ਬਦਲ ਲਿਆ। ਭੇਖ ਵੀ ਕਮਲੇ ਜੇ ਬਣ ਗਏ, ਵੀ ਜਿਵੇਂ ਸੁੱਧ ਹੀ ਨਹੀਂ ਹੁੰਦੀ ਹੈ। ਬਾਬਰੇ ਕਮਲੇ ਬਣ ਕੇ ਸਿਰ ਤੇ ਨਗਨ ਤੂਰ ਤਨ ਪਰੇ। ਉਸ ਵਕਤ ਇਹਨਾਂ ਨੇ ਆਪਣੇ ਕੇਸ ਖੰਡਾ ਲਏ ਤੇ ਕੇਸਾਂ ਦੇ ਵਿੱਚ ਮਿੱਟੀ ਪਾ ਲਏ। ਲੋਤਨ ਬ੍ਰਿੰਦਨ ਮੈਂ ਬਹੁ ਫਿਰੇ। ਫਿਰ ਲਾਸ਼ਾਂ ਇੰਨੀਆਂ ਪਈਆਂ ਉੱਥੇ, ਉਹਨਾਂ ਦੇ ਵਿੱਚ ਫਿਰਦੇ ਰਹੇ। ਕਣ ਤੁਰਕਣ ਕੋ ਗੁਰ ਸੁਤ ਦੋ। ਤੇ ਇਹਨਾਂ ਨੇ ਤੁਰਕਾਂ ਦੇ ਇਹ ਸਾਰੇ ਭੇੜ ਦੇ ਵਿੱਚ ਆਪ ਜੀ ਦੇ ਦੋਵੇਂ ਸਾਹਿਬਜ਼ਾਦੇ ਰਣ ਠਾਨ ਤਲੁਪ ਤੇ ਥਲ ਸੋ। ਸਾਹਿਬਜ਼ਾਦਿਆਂ ਨੇ ਯੁੱਧ ਕੀਤਾ। ਉੱਥੇ ਇੰਨੀ ਸੈਨਾ ਤੁਰੀ ਫਿਰਦੀ, ਮਿੱਟੀ ਘੱਟਾ ਉੱਡਦਾ, ਪਾਵਨ ਸਰੀਰਾਂ ਤੇ ਵੀ ਪਿਆ ਹੋਇਆ ਹੈ। ਦਿਸ਼ਟ ਪਰੇ ਨਹ ਦੋਨੋਂ ਪਾਈ। ਇਸ ਲਈ ਪਛਾਣ ਨਹੀਂ ਸੀ ਹੁੰਦੀ ਕਿਸੇ ਤੋਂ, ਪਤਾ ਹੀ ਨਹੀਂ ਸੀ ਲੱਗ ਰਿਹਾ। ਦੁਸ਼ਮਣਾਂ ਨੇ ਦੋਵੇਂ ਸਰੀਰ ਲੱਭਣ ਦੀ ਕੋਸ਼ਿਸ਼ ਕੀਤੀ ਹੈ, ਪਰ ਨਹੀਂ ਕਿਸੇ ਨੂੰ ਪਛਾਣ ਹੋਈ, ਨਹੀਂ ਪਤਾ ਲੱਗਿਆ। ਪਾਵਤ ਸਿਰ ਵੱਢ ਲੈ ਜਾਈ। ਜੇ ਉਹਨਾਂ ਨੂੰ ਪਤਾ ਲੱਗ ਜਾਂਦਾ ਤੇ ਉਹਨਾਂ ਨੇ ਸਾਹਿਬਜ਼ਾਦਿਆਂ ਦੇ ਸੀਸ ਲੈ ਜਾਣੇ ਸਨ, ਲੈ ਜਾਣੇ ਤੇ ਧੜ ਤੋਂ ਵੱਖਰੇ ਕਰਕੇ। ਆਪਣੇ ਜਾਣ ਦਾ ਸੈਨ ਤਾਈ। ਕਿ ਕਿਸੇ ਨੂੰ ਨਹੀਂ ਪਤਾ ਚੱਲਿਆ ਕਿ ਬਹੁਤ ਵੱਡਾ ਮਸਲਾ ਹੈ ਧਰਮ ਯੁੱਧ ਦੇ ਵਿੱਚ। ਕੋਈ ਸੀਸ ਕੱਟ ਕੇ ਲੈ ਜਾਵੇ, ਅੱਜ ਕੱਲ ਤੇ ਨਾਰਮਲ ਗੱਲਾਂ ਹੋ ਗਈਆਂ ਵੀ ਕੋਈ ਫਰਕ ਨਹੀਂ ਪੈਂਦਾ, ਹੈ ਹੀ ਨਹੀਂ, ਅਣਖ ਖਤਮ ਹੋ ਗਈ। ਸਰੀਰ ਨਾ ਕੋਈ ਲੈ ਜਾਵੇ, ਸੀਸ ਨਾ ਕੱਟ ਕੇ ਲੈ ਜਾਵੇ। ਲੜਨ ਮਰਨ ਦੀ ਗੱਲ ਇੱਕ ਪਾਸੇ, ਮਰਨ ਤੋਂ ਬਾਅਦ ਆਹ ਵੱਡਾ ਮਸਲਾ ਹੈ, ਦੁਸ਼ਮਣ ਨਾ ਲੈ ਜਾਵੇ ਸਿਰ ਕੱਟ ਕੇ। ਇਹ ਉਸ ਤੋਂ ਵੀ ਜ਼ਿਆਦਾ ਬੇਇੱਜ਼ਤੀ ਵਾਲੀ ਗੱਲ ਹੁੰਦੀ। ਸੋ ਕਿਸੇ ਨੂੰ ਪਤਾ ਨਹੀਂ ਚੱਲਿਆ ਤੇ ਇਹਨਾਂ ਤੇ ਆਪ ਜੀ ਦੀ ਕਿਰਪਾ ਕਿ ਇਹਨਾਂ ਨੂੰ ਪਛਾਣ ਹੋ ਗਈ। ਇਹਨਾਂ ਨੇ ਸਤਿਗੁਰਾਂ ਜੀ ਦੇ ਜੋ ਸਾਹਿਬਜ਼ਾਦੇ ਚਿਹਰੇ ਮੋਹਰੇ ਉਹਨਾਂ ਦੇ ਪਛਾਣ ਲਏ। ਦੋਨੋਂ ਲੋਥੈ ਦਈ ਦਿਖਾਈ। ਇਹਨਾਂ ਨੂੰ ਪਛਾਣ ਹੋ ਗਈ, ਦੋਵੇਂ ਲਾਸ਼ਾਂ ਦਿਖਾਈ ਦਿੱਤੀਆਂ। ਘਣੇ ਕਾਵ ਸ਼ਰੋਨਤ ਸਨ ਪੂਰੇ। ਇਹਨਾਂ ਨੇ ਫਿਰ ਦੇਖਿਆ ਉਹ ਪਾਵਨ ਸਰੀਰਾਂ ਨੂੰ
ਕਿ ਕਿਵੇਂ ਖੂਨ ਚੋ ਰਿਹਾ ਸੀ ਜ਼ਖਮਾਂ ਦੇ ਵਿੱਚੋਂ। ਪਰੇ ਪ੍ਰਿਥੀ ਪਰ ਦੀਰਘ ਸੂਰੇ, ਦੋਵੇਂ ਸੂਰਮੇ ਪਏ ਹਨ ਧਰਤੀ ਦੇ ਉੱਤੇ। ਰਿਸ ਤੇ ਪੌਹੈ ਚੜੀ ਵਿਸਾਲਾ, ਕਹਿੰਦੇ ਇਹਨਾਂ ਨੇ ਦਰਸ਼ਨ ਕੀਤੇ ਵੀ ਸ਼ਹੀਦ ਹੋ ਗਏ, ਪਰ ਵੀਰ ਰਸ ਜਿਹੜਾ ਚਿਹਰੇ ਤੇ ਹਾਲੇ ਵੀ ਜਿਉਂਦਾ ਤਿਉਂ ਹੈ, ਭੌਂ ਚੜੀਆਂ ਹੋਈਆਂ ਨੇ। ਸਰੀਰ ਛੁੱਟ ਗਏ, ਪਰ ਉਹ ਜਿਹੜਾ ਲੜਨ ਵਾਲਾ ਚਾਅ ਹੈ, ਉਤਸ਼ਾਹ ਹੈ, ਉਹ ਸਰੀਰ ਛੁੱਟਣ ਤੋਂ ਬਾਅਦ ਵੀ ਖਤਮ ਨਹੀਂ ਹੈ। ਭੌਂ ਚੜੀਆਂ ਹੋਈਆਂ ਸਾਹਿਬਜ਼ਾਦਿਆਂ ਦੀਆਂ ਜਿਉਂਦਿਆਂ ਤਿਉਂ, ਜਿਵੇਂ ਮੈਦਾਨੇ ਜੰਗ 10 ਲੱਖ ਦੇ ਨਾਲ ਮੁਕਾਬਲਾ ਕਰਦਿਆਂ ਹੋਇਆ। ਸੁਪਟਨ ਸੇਜਾ ਪਰ ਤਿਸ ਕਾਲਾ, ਉਸ ਵਕਤ ਦੋਵੇਂ ਸੂਰਮੇ ਪਏ ਹਨ ਸੇਜਾ ਦੇ ਉੱਤੇ। ਪ੍ਰਥਮ ਸਕੇਲ ਕਾਠ ਗਨ ਮਹਾ, ਇਹਨਾਂ ਨੇ ਫਿਰ ਪਛਾਣ ਲੀਆਂ ਦੋਵੇਂ ਲਾਸ਼ਾਂ ਵੀ ਇਹ ਸਤਿਗੁਰਾਂ ਜੀ ਦੇ ਸਾਹਿਬਜ਼ਾਦੇ ਨੇ, ਵੱਡੇ ਨੇ ਛੋਟੇ। ਲੱਕੜਾਂ ਇਕੱਠੀਆਂ ਕੀਤੀਆਂ ਪਹਿਲਾਂ, ਚਿਖਾ ਬਣਾਏ ਤਰੇ ਤਨ ਤਾਂ, ਇਹ ਦੋਵੇਂ ਹੀ ਪਾਵਨ ਸਰੀਰ ਇਹਨਾਂ ਨੇ ਚਿਖਾ ਤੇ ਰੱਖਣਾ ਕੀਤੇ। ਦੋਨੋਂ ਪ੍ਰਾਤਾ ਕੋ ਸੰਸਕਾਰ, ਇਹਨਾਂ ਨੇ ਸੰਸਕਾਰ ਕੀਤਾ ਆਪ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦਿਆਂ ਦਾ। ਮਕੀਨਸ ਇਨ ਦਾਸ ਤਿਹਾਰ, ਇਸ ਤਰ੍ਹਾਂ ਮਹਾਰਾਜ ਦਾ ਕੀਤੇ ਦੋਵੇਂ ਸਰੀਰ। ਸੁਣ ਕਰ ਪਰਮ ਪ੍ਰਸੰਨ ਬਿਸਾਲਾ, ਸਤਿਗੁਰਾਂ ਜੀ ਨੇ ਜਦੋਂ ਸੁਣਿਆ ਤੇ ਬਹੁਤ ਖੁਸ਼ ਹੋਏ। ਆਏ ਨੇ ਰਸਦਾਂ ਲੈ ਕੇ ਆਏ ਨੇ, ਪਰ ਇਹ ਨਹੀਂ ਦੱਸਿਆ ਵੀ ਮਹਾਰਾਜ ਤੁਸੀਂ ਬੜੀ ਸੇਵਾ ਬਖਸ਼ ਕੇ ਨਵਾਜਿਆ, ਨਮਾਣ ਕੋਈ ਨਹੀਂ ਹੈ। ਕਿਉਂਕਿ ਜਦੋਂ ਸਾਨੂੰ ਇਹ ਸਮਝ ਆ ਜਾਵੇ ਵੀ ਇਹ ਤਾਂ ਸਾਡਾ ਫਰਜ਼ ਹੈ, ਸਾਡਾ ਇਹ ਫਰਜ਼ ਹੈ, ਜੇ ਫਰਜ਼ ਸਮਝ ਆ ਗਿਆ ਫਿਰ ਮਾਣ ਨਹੀਂ ਹੋਇਆ ਕਰਦਾ। ਫੇਰ ਨਹੀਂ ਮਾਣ ਹੁੰਦਾ ਵੀ ਸਾਡਾ ਫਰਜ਼ ਸੀ ਇਹ, ਸਿੱਖ ਹੋਣ ਦੇ ਨਾਤੇ ਸਾਡਾ ਫਰਜ਼ ਸੀ ਇਹ, ਤੇ ਫਿਰ ਕਾਹਦੇ ਵਾਸਤੇ ਜਣਾਉਣਾ ਬਈ, ਨਹੀਂ ਦੱਸਿਆ। ਕਿ ਸਤਿਗੁਰੂ ਜੀ ਬਹੁਤ ਖੁਸ਼ ਹੋਏ, ਪ੍ਰਸੰਨ ਹੋਏ ਵੀ ਇਤਨੀ ਮਹਾਨ ਸੇਵਾ ਕਰਨ ਦੇ ਬਾਵਜੂਦ ਇਹ ਦੱਸ ਨਹੀਂ ਰਹੇ ਬਈ ਕਿਹੜੀ ਸੇਵਾ ਕੀਤੀ। ਖੁਸ਼ ਹੋ ਗਏ ਸਤਿਗੁਰੂ ਜੀ, ਮੇਰੇ ਮੁਖ ਤੇ ਪਾਖਿਓ ਤਿਸ ਕਾਲਾ। ਇਸ ਬਾਤ ਗੁਰੂ ਪਾਤਸ਼ਾਹ ਜੀ ਫਿਰ ਦੋਵਾਂ ਨੂੰ ਕਹਿਣ ਲੱਗੇ, ਰਾਮਾ ਸਿੰਘ ਤੇ ਲੋਕ ਸਿੰਘ ਸੁਣ। ਸਤਿਗੁਰੂ ਜੀ ਕਹਿੰਦੇ ਭਾਈ ਸਿੱਖੋ, ਦੋਵੇਂ ਖੜੇ ਹੋ ਤੁਸੀਂ ਸਾਡੇ ਸਾਹਮਣੇ, ਸੁਣੋ ਧਿਆਨ ਦੇ ਨਾਲ। ਜਾਚ ਲਿਖੋ ਹਮ ਤੇ ਬਾਂਛਤ ਮਨ, ਕਹਿੰਦੇ ਵੀ ਹੁਣ ਦੱਸੋ ਵੀ ਤੁਹਾਡੇ ਮਨ ਵਿੱਚ ਕੀ ਇੱਛਾ, ਕੀ ਚਾਹੁੰਦੇ ਹੋ ਤੁਸੀਂ, ਜੋ ਵੀ ਇੱਛਾ ਹੈ ਉਹ ਦੱਸਣਾ ਕਰੋ। ਗੁਰ ਅਨਕੂਲ ਜਾਨ ਕਰ ਆਸ਼, ਕਿਉਂਕਿ ਸਤਿਗੁਰੂ ਜੀ ਨੇ ਕਿਹਾ ਵੀ ਹੁਣ ਭਾਈ ਤੁਹਾਡੀ ਸੇਵਾ ਥਾਂ ਪੈ ਗਈ ਤੇ ਉਹਦੇ ਬਦਲੇ 'ਚ ਅਸੀਂ ਤੁਹਾਨੂੰ ਕੁਝ ਦੇਣਾ ਹੀ ਦੇਣਾ ਹੈ। ਉਹਨਾਂ ਨੇ ਵੇਖ ਲਿਆ ਵੀ ਸਤਿਗੁਰੂ ਜੀ ਹੁਣ ਸਾਡੇ ਅਨੁਸਾਰ ਹੀ ਨੇ, ਆਪ ਪੁੱਛ ਰਹੇ ਹਨ। ਦਹੁਨ ਮੰਗਿਓ ਜਿਮ ਚਿਤ ਬਾਂਛ, ਦੋਵਾਂ ਨੇ ਫਿਰ ਜੋ ਮਨ ਦੇ ਵਿੱਚ ਇੱਛਾ ਸੀ ਦੱਸੀ ਸਤਿਗੁਰਾਂ ਜੀ ਨੂੰ। ਪ੍ਰਭ ਜੀ ਜਬ ਕੇ ਹਮ ਹਿਤ ਆਏ, ਕਹਿੰਦੇ ਵੀ ਪਾਤਸ਼ਾਹ ਕਿਰਪਾ ਬਹੁਤ ਤੁਹਾਡੀ, ਪਰ ਦਿੱਕਤ ਕਿਹੜੀ ਜੀਵਨ ਦੇ ਵਿੱਚ ਕਿ ਜਦੋਂ ਦੇ ਅਸੀਂ ਇੱਧਰ ਆਏ ਆ, ਭਲੀ ਪ੍ਰਕਾਰ ਨ ਪਾਏ ਜਮਾਏ। ਸਾਡੇ ਹਲੇ ਪੈਰ ਨਹੀਂ ਜਮੇ, ਅਸੀਂ ਹਲੇ ਮਾਲਕ ਨਹੀਂ ਬਣ ਸਕੇ, ਆਪਣੇ ਘਰ ਦੇ ਆਪਣੇ ਜ਼ਮੀਨਾਂ ਦੇ ਮਾਲਕ ਨਹੀਂ ਬਣ ਸਕੇ। ਇਹ ਬੜੀ ਦਿੱਕਤ ਹੈ। ਪਰਾਧੀਨ ਸੁਖ ਸੁਪਨੇ ਵੀ ਨਹੀਂ, ਦੂਸਰੇ ਦੇ ਅਧੀਨ ਸੁਪਨੇ ਵਿੱਚ ਵੀ ਸੁੱਖ ਦੀ ਆਸ ਨਹੀਂ ਹੈ, ਵੀ ਸੁਪਨੇ 'ਚ ਵੀ ਸੁੱਖ ਨਹੀਂ। ਪਤਾ ਨਹੀਂ ਹੈ ਦੂਸਰਾ ਕਦੋਂ ਆ ਕੇ ਟੇਢਾ ਮਾਰੇ ਉਠਾਲ ਦੇਵੇ, ਉੱਠ ਬਈ ਓਏ। ਦੂਸਰੇ ਦੇ ਅਧੀਨ ਰਹਿ ਕੇ ਸੁੱਖ ਨਹੀਂ। ਸੋ ਦਿੱਕਤ ਹੈ ਪਾਤਸ਼ਾਹ ਵੀ ਅਸੀਂ ਹਾਲੇ ਤੱਕ ਮਾਲਕ ਨਹੀਂ ਬਣ ਸਕੇ। ਬਹੁ ਨ ਪੂਮ ਹਮਾਰੇ ਪਈ, ਇਸ ਵਕਤ ਸਾਡਾ ਰਹਿਣ ਸਹਿਣ ਦਾ ਪੱਕਾ ਨਹੀਂ ਬਣਿਆ ਕਿਤੇ। ਜਿਮਰਾ ਹਕ ਅਪਰਨ ਲਿਜ ਲਈ, ਜਿਵੇਂ ਬਾਕੀ ਦੇ ਜ਼ਿਮੀਦਾਰ ਨੇ
ਉਹ ਉਹਨਾਂ ਕੋਲ ਮਾਲਕੀ ਹੈ, ਉਹਨਾਂ ਦੀ ਆਪਣੀ ਜ਼ਮੀਨ ਦੀ। ਦਇਆ ਸਿੰਧ ਸੁਨ ਧੀਰਜ ਦੀਨ, ਸਤਿਗੁਰਾਂ ਜੀ ਨੇ ਦੋਵਾਂ ਦੀ ਗੱਲ ਸੁਣ ਕੇ ਧੀਰਜ ਦਿੱਤਾ। ਤੁਮ ਤੋ ਦੇਸ਼ ਸਕਲ ਹੀ ਲੀਨ, ਸਤਿਗੁਰੂ ਜੀ ਕਹਿੰਦੇ ਭਾਈ ਤੁਸੀਂ ਤਾਂ ਸਾਰਾ ਦੇਸ਼ ਹੀ ਲੈ ਲਿਆ, ਤੁਸੀਂ ਕਹਿੰਦੇ ਸਾਡੇ ਪੈਰ ਨਹੀਂ ਜਮੇ, ਤੁਸੀਂ ਸਾਰੇ ਦੇਸ਼ ਦੇ ਮਾਲਕ ਬਣ ਗਏ ਹੋ। ਐਸੇ ਪਾਏ ਤੁਮਾਰੇ ਜਮੈ, ਤੁਹਾਡੇ ਪੈਰ ਭਾਈ ਇਸ ਤਰ੍ਹਾਂ ਜਮਣਗੇ। ਭੂਪਨ ਭੂਪ ਦੇਸ਼ ਗਨ ਨਮੈ, ਕਹਿਣ ਲੱਗੇ ਰਾਜਿਆਂ ਦੇ ਰਾਜੇ ਦੇਸ਼ ਤੇ ਤੁਹਾਨੂੰ ਮੱਥਾ ਟੇਕਿਆ ਕਰਨਗੇ। ਦਿੱਲੀ ਲਵਪੁਰ ਕੇ ਵਿੱਚ ਵਧੋ, ਤੁਹਾਡਾ ਵਾਧਾ ਹੋਵੇਗਾ ਦਿੱਲੀ ਦੇ ਵਿੱਚ ਲਾਹੌਰ ਤੱਕ। ਗ੍ਰਾਮ ਹਜ਼ਾਰ ਨਹੀਂ ਕਹ ਸਦੋ, ਹਜ਼ਾਰਾਂ ਹੀ ਪਿੰਡ ਤੁਹਾਡੇ ਅਧੀਨ ਹੋਣਗੇ। ਕੁਰਸੀ ਬਹੁਤ ਬੇਕੁਰਸੀ ਰਾਜ, ਇਸ ਤਰ੍ਹਾਂ ਕੁਰਸੀ ਬ ਕੁਰਸੀ ਪੀੜ੍ਹੀ ਦਰ ਪੀੜ੍ਹੀ ਰਾਜ ਹੋਵੇਗਾ ਤੁਹਾਡਾ। ਹਾਂ ਬੜੋ ਅਨੇਕ ਸਮਾਜ, ਬਹੁਤ ਵੱਡਾ ਤੁਹਾਡਾ ਸਾਜੋ ਸਮਾਜ ਰਾਜੇ ਮਹਾਰਾਜਿਆਂ ਵਾਲਾ ਵਧੇਗਾ ਹੋਵੇਗਾ। ਹਮਰੇ ਤੇ ਮਕਾਰਜ ਕੀਨ, ਸਤਿਗੁਰੂ ਜੀ ਕਹਿੰਦੇ ਭਾਈ ਤੁਸੀਂ ਇੰਨਾ ਵੱਡਾ ਕਾਰਜ ਕੀਤਾ, ਇੰਨੀ ਭਾਵਨਾ ਤੁਹਾਡੀ, ਜਦੋਂ ਹਰ ਇੱਕ ਬੰਦਾ ਡਰਦਾ ਸੀ ਕਿ ਤੁਸੀਂ ਭੇਸ ਬਦਲਿਆ, ਕਿਉਂਕਿ ਭੇਸ ਬਦਲੇ ਬਿਨਾਂ ਇਹ ਕੰਮ ਹੋਣਾ ਨਹੀਂ ਸੀ। ਬੀਬੀ ਸ਼ਰਨ ਕੌਰ ਨੇ ਵੀ ਭੇਸ ਬਦਲ ਕੇ ਹੀ ਲਾਸ਼ਾਂ ਸੰਭਾਲੀਆਂ ਨੇ ਨਾ, ਵੀ ਡਰਦਾ ਕੋਈ ਨੇੜੇ ਹੀ ਨਾ ਹੋਵੇ, ਵੀ ਇਹ ਪਤਾ ਨਹੀਂ ਕਿਹੜੀ ਸ਼ੈਆਂ ਤੁਰੀਆਂ ਫਿਰਦੀਆਂ ਨੇ, ਜਾਂ ਕਹਿ ਦੇਣ ਵੀ ਇਹ ਤਾਂ ਕਮਲੇ ਨੇ, ਸਦਾਈ ਨੇ, ਇਹਨਾਂ ਨੂੰ ਕੀ ਪਤਾ। ਸੋ ਭਾਈ ਇਹ ਜਿਹੜੀ ਮਹਾਨ ਸੇਵਾ ਤੁਸੀਂ ਕੀਤੀ ਹੈ ਗੁਰੂ ਘਰ ਦੀ, ਤੇ ਇਹ ਸੇਵਾ ਕਰਕੇ ਤਾਂ ਤੁਸੀਂ ਸਾਰਾ ਹੀ ਕੁਝ ਲੈ ਲਿਆ। ਇਸੇ ਹੇਤ ਕਰ ਸਭ ਕੁਛ ਲੀਨ, ਆ ਸੇਵਾ ਕਰਕੇ ਤੁਸੀਂ ਬਿਨਾ ਮੰਗਿਆ ਹੀ ਸਭ ਕੁਝ ਲੈ ਲਿਆ। ਤਿਮ ਕੈ ਅਪਰਜ ਥੇ ਤਿਨ ਸਾਥ, ਇਸ ਤਰ੍ਹਾਂ ਸਤਿਗੁਰਾਂ ਜੀ ਨੇ ਭਾਈ ਰਾਮੇ ਤੇ ਤਲੋਕੇ ਨੂੰ ਬਖਸ਼ਿਸ਼ਾਂ ਕੀਤੀ। ਇਹ ਭਾਈ ਸਤਿਗੁਰਾਂ ਜੀ ਦੀ ਸੇਵਾ ਹੈ, ਇਹ ਆਲੇ ਨਹੀਂ ਜਾਂਦੀ ਹੈ, ਪਰ ਕਰਨ ਵਾਲੇ ਦਾ ਭਰੋਸਾ ਹੋਵੇ ਬਣ ਜਾਂਦੇ ਸਾਰੇ ਕੰਮ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਹਲਪਾਵਨ, ਹਉਮੈ ਵਿੱਚੋਂ ਜਾਏ। ਜੋ ਮਰਜ਼ੀ ਮੰਗ ਲਓ, ਪਰ ਸੇਵਾ ਤਾਂ ਜ਼ਰੂਰੀ ਹੈ ਨਾ। ਸੇਵਾ ਕੀ ਹੈ ਵੀ ਉਹਦੇ ਪਿੱਛੇ ਅੰਗ ਭਾਵ ਨਾ ਹੋਵੇ, ਜਿਹੜਾ ਜਣਾਉਣਾ ਵੀ ਮੈਂ ਸੇਵਾ ਕਰਦਾ, ਮੈਂ ਸੇਵਾ ਕਰਦਾ, ਮੈਂ ਇੰਨੇ ਚਿਰ ਤੋਂ ਸੇਵਾ ਕਰ ਰਿਹਾ। ਹੁਣ ਸੇਵਾ ਕੀ ਹੁੰਦੀ, ਉਹ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕਰੋ, ਸੇਵਾ ਦਾ ਪਤਾ ਚੱਲ ਜਾਏਗਾ। ਸੇਵਾ ਕੀ ਹੁੰਦੀ ਗੁਰੂ ਘਰ ਦੀ। ਆਪਾਂ ਆਏ, ਅੱਧਾ ਘੰਟਾ ਲਾ ਲਿਆ, ਘੰਟਾ ਲਾ ਲਿਆ, ਤੇ ਹੁਣ ਘੰਟਿਆਂ ਨੂੰ ਬਣਾ ਦਿੰਦੇ ਆ ਸਾਲਾਂ ਦੇ ਵਿੱਚ, ਕਿ ਮੈਂ ਤਾਂ ਇੰਨੇ ਸਾਲ ਤੋਂ ਸੇਵਾ ਕਰ। ਭਲਿਆ ਇੱਕ ਘੰਟਾ ਤੂੰ ਲਾਉਣਾ ਤੇ ਘੰਟੇ ਨੂੰ 24 ਘੰਟੇ ਬਣਾਈ ਜਾਂਦਾ। ਇਹ ਹਉਮੈ ਜਿਹੜੀ ਆ ਗੁਣਾ ਕਰੀ ਜਾਂਦੀ ਹੈ ਇਹਨਾਂ ਨੂੰ। ਲਾਇਆ ਘੰਟਾ ਤੇ ਗਿਣਦਾ ਉਹਨੂੰ ਸਾਲਾਂ ਦੇ ਵਿੱਚ ਆ ਵੀ ਇੰਨੇ ਸਾਲ ਤੋਂ, ਉਹ ਘੰਟੇ ਦਾ ਸਾਲ ਥੋੜੀ ਬਣਨਾ। ਸਾਡੇ ਤਾਂ ਹੀ ਨਹੀਂ ਕੁਝ ਪੱਲੇ ਪੈਂਦਾ ਹੈ। ਸੇਵਾ ਕੀਤੀ ਗੁਰੂ ਅਮਰਦਾਸ ਮਹਾਰਾਜ ਜੀ ਨੇ, ਜਦੋਂ ਦੇ ਆਏ ਪਿੱਠ ਲਾ ਕੇ ਨਹੀਂ ਵੇਖੀ ਧਰਤੀ ਨੂੰ, ਕੰਧ ਦੇ ਨਾਲ ਹੀ ਪਿੱਠ ਲਾ ਕੇ ਬੈਠਦੇ ਸਨ। ਰਾਤ ਨੂੰ ਬੈਠੇ ਬੈਠੇ ਸੌਣਾ, ਵੀ ਕਿਤੇ ਸੌਂਗੇ ਤੇ ਸਤਿਗੁਰਾਂ ਜੀ ਦੇ ਇਸ਼ਨਾਨ ਦਾ ਸੇਵਾ ਨਾ ਕੁੰਝ ਜੇ, ਸਮਾਂ ਨਾ ਕੁੰਝ ਜੇ। ਆਰਾਮ ਨਾਲ ਨਹੀਂ ਸੁੱਤੇ, ਬੈਠੇ ਬੈਠੇ ਅੱਖ ਲਾਉਣੀ, ਇਹ ਹੁੰਦੀ ਸੇਵਾ। ਤੇ ਮੁੜ ਕੇ ਘਰੇ ਨਹੀਂ ਕਦੇ ਗਏ। ਐਵੇਂ ਨਹੀਂ 12 ਸਾਲ ਸੇਵਾ ਬਣਦੀ ਵੀ ਘੰਟਾ ਆ ਕੇ ਲਾ ਕੇ ਬਾਬਾ ਜੀ ਚਲੇ ਗਏ, ਨਹੀਂ। 12 ਸਾਲ 24 ਘੰਟੇ ਸਤਿਗੁਰਾਂ ਜੀ ਦੇ ਕੋਲ ਰਹਿ ਕੇ ਗੁਜ਼ਾਰੇ ਨੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਸਾਨੂੰ ਤੇ ਮਾਣ ਨੇ ਥੋੜਾ ਜਿਹਾ ਖਾ ਲਿਆ, ਘੰਟੇ ਦਾ ਅਸੀਂ 24 ਘੰਟੇ ਬਣਾਈ ਜਾਂਦੇ। ਐ ਨਹੀਂ ਗੁਰਮੁਖੋ। ਫਿਰ ਕਰਨ ਵਾਲੇ ਨੇ ਕਹਿਣਾ ਕੀ ਹੈ, ਸੇਵਾ ਕਰੀ ਜੇ ਕਿਛ ਹੋਵੇ ਆਪਣਾ, ਜੀਓ ਪਿੰਡ ਤੁਮਾਰਾ। ਸਾਹਿਬ ਜੀ ਕਹਿੰਦੇ ਮੈਂ ਤਾਂ ਕਹਾਂ ਸੇਵਾ ਤੁਹਾਡੀ ਕੀਤੀ ਜੇ ਮੇਰਾ ਕੁਝ ਹੋਵੇ, ਹੈ ਹੀ ਨਹੀਂ ਕੁਝ। ਤੁਦੇ ਆਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ।
ਤੇ ਹੁਣ ਜੀਓ ਵੀ ਤੇਰਾ ਹੈ ਤੇ ਸਰੀਰ ਵੀ ਤੇਰਾ। ਮੈਂ ਕਿਵੇਂ ਕਹਾਂ ਵੀ ਮੈਂ ਸੇਵਾ ਕੀਤੀ? ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਤੂੰ ਕਿਵੇਂ ਕਹਿੰਦਾ ਪੈਸੇ ਨਾਲ ਸੇਵਾ ਕੀਤੀ? ਜਦੋਂ ਤੇਰਾ ਤਨ ਨਹੀਂ, ਜਦੋਂ ਮਨ ਨਹੀਂ, ਧਨ ਤੇਰਾ ਕਿੱਥੋਂ ਹੋ ਗਿਆ? ਹੋਇਆ ਹੀ ਨਹੀਂ ਹੈ। ਸੇਵਾ ਕਰੀ ਜੇ ਕਿਛ ਹੋਵੇ, ਆਪਣਾ ਜੀਓ ਪਿੰਡ ਤੁਮਾਰਾ। ਮੈਂ ਕਹਿ ਨਹੀਂ ਸਕਦਾ ਮਹਾਰਾਜ ਵੀ ਮੈਂ ਕੋਈ ਸੇਵਾ ਕੀਤੀ, ਕਿਉਂਕਿ ਸਭ ਕੁਝ ਤੁਹਾਡਾ ਹੀ ਹੈ। ਹੁਣ ਫਰਕ ਹੀ ਖਤਮ ਹੋ ਗਿਆ, ਤੁਸੀਂ ਤੇ ਅਸੀਂ ਤੇ ਖਤਮ ਹੀ ਹੋ ਗਏ, ਫਿਰ ਸਾਰੀ ਸੇਵਾ ਹੀ ਸੇਵਾ ਹੈ। ਸੋ ਭਾਈ ਇਹ ਘਾਲਣਾ ਬਿਰਥੀ ਨਹੀਂ ਜਾਂਦੀ, ਵਿਅਰਥ ਨਹੀਂ ਜਾਂਦੀ ਹੈ। ਬਸ ਆਪਣੀ ਭਾਵਨਾ ਜਿਹੜੀ ਹੈ ਉਹ ਸਹੀ ਹੋਣੀ ਚਾਹੀਦੀ ਹੈ। ਭਾਵਨਾ, ਕੰਮ ਜਿਹੜਾ ਉਹ ਸਾਰਾ ਭਾਵਨਾ ਨੇ ਕਰਨਾ। ਪਾਤਸ਼ਾਹ ਜੀ ਨਹੀਂ ਵੇਖਦੇ ਵੀ ਕੌਣ ਕੀ ਕਰਦਾ, ਕਿੰਨਾ ਸਮਾਂ ਲਾਉਂਦਾ ਹੈ। ਨਹੀਂ, ਤੁਹਾਡੀ ਭਾਵਨਾ ਕੀ ਹੈ? ਭਾਵਨਾ ਦਾ ਫਲ ਹੈ। ਸਤਿਗੁਰ ਸਦਾ ਦਿਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈਐ। ਏਕ ਨਦਰ ਕਰ ਵੇਖੈ ਸਭ ਊਪਰ, ਜਿਹਾ ਭਾਉ ਤਿਹਾ ਫਲ ਪਾਈਐ। ਭਾਵਨਾ ਦਾ ਫਲ ਹੈ। ਸੋ ਭਾਵਨਾ ਸ਼ੁੱਧ ਹੋਵੇ ਤੇ ਜੋ ਮਰਜੀ, ਪਰ ਭਾਵਨਾ ਸ਼ੁੱਧ ਨਹੀਂ ਹੈ ਫਿਰ ਗੜਬੜ ਹੈ। ਇਉਂ ਸਤਿਗੁਰਾਂ ਜੀ ਨੇ ਬਖਸ਼ਾਂ ਕੀਤੀਆਂ, ਤਿਨ ਪਰ ਖੁਸ਼ੀ ਕਰੀ ਤਬ ਨਾਥ। ਗੁਰੂ ਪਾਤਸ਼ਾਹ ਜੀ ਨੇ ਬੜੀਆਂ ਖੁਸ਼ੀਆਂ ਬਖਸ਼ੀਆਂ ਸੇਵਾ ਤੋਂ ਪ੍ਰਸੰਨ ਹੋ ਕੇ। ਮਨੋ ਕਾਮਨਾ ਪੂਰਨ ਭਈ, ਜੋ ਭਾਵਨਾ ਸੀ ਅੰਦਰ ਵੀ ਸਾਡੇ ਪੈਰ ਜਮ ਜਾਣ। ਸਾਹਿਬ ਜੀ ਕਹਿੰਦੇ ਗੱਲ ਹੀ ਕੋਈ ਨਹੀਂ, ਜਿੱਥੇ ਮਰਜੀ ਪੈਰ ਜਮਾ ਲਓ, ਜਿੱਥੇ ਰਹੋਗੇ ਪੈਰ ਜਮੇ ਜਮਾਏ ਤੁਹਾਡੇ, ਕੋਈ ਨਹੀਂ ਤੁਹਾਨੂੰ ਹਿਲਾ ਸਕਦਾ। ਖੁਸ਼ ਹੋ ਗਏ ਦੋਵੇਂ ਜਦੋਂ ਭਾਵਨਾ ਪੂਰੀ ਹੋ ਗਈ। ਦੋਨੋਂ ਕੋ ਦਸਤਾਰ ਦੋ ਦਈ, ਫਿਰ ਗੁਰੂ ਪਾਤਸ਼ਾਹ ਜੀ ਨੇ ਦਸਤਾਰਾਂ ਮੰਗਵਾਈਆਂ ਤੇ ਦੋਵਾਂ ਨੂੰ ਸਰੋਪੇ ਦੇ ਰੂਪ ਦੇ ਵਿੱਚ ਬਖਸ਼ੀਆਂ। ਸਪਤ ਦਿਵਸ ਗੁਰ ਕੇ ਟਿਗ ਰਹੇ, ਫਿਰ 7 ਦਿਨ ਸਤਿਗੁਰਾਂ ਜੀ ਦੇ ਕੋਲ ਰਹਿ ਕੇ ਸੇਵਾ ਕੀਤੀ। ਬਰ ਲੈ ਕਰ ਦਰਸ਼ਨ ਬਰ ਲਹੇ। ਇਸ ਤਰ੍ਹਾਂ ਗੁਰੂ ਜੀ ਦੀਆਂ ਬਖਸ਼ਾਂ ਪ੍ਰਾਪਤ ਕਰਕੇ ਭਾਈ ਉੱਤਮ ਗਤੀ ਨੂੰ, ਮਨ ਦੀ ਅਵਸਥਾ ਉੱਚੀ ਹੋ ਗਈ। ਹੁਣ ਰੁਕ ਸਦ ਹੋਏ ਕਰ ਕੋ ਗਏ। ਫਿਰ ਸਤਿਗੁਰਾਂ ਜੀ ਦੇ ਕੋਲ ਬੇਨਤੀ ਕੀਤੀ, ਪਾਤਸ਼ਾਹ ਵੀ ਹੁਣ ਘਰ ਦੇ ਕੰਮ ਨੇ। ਗੁਰੂ ਜੀ ਤੋਂ ਖੁਸ਼ੀਆਂ ਲਈਆਂ, ਚਲੇ ਜਾਂਦੇ ਹਨ ਵਾਪਸ। ਤੇ ਬਦੇ ਰਾਜ ਬੜ ਪਏ। ਇਸ ਤਰ੍ਹਾਂ ਭਾਈ ਇਹ ਸਤਿਗੁਰਾਂ ਜੀ ਦੇ ਬਚਨਾਂ ਦੇ ਨਾਲ ਬੜੇ ਵਧੇ ਫੁੱਲੇ। ਨਾਭਾ ਆਰ ਦੂਸਰ ਪਟਿਆਲਾ, ਆ ਜਿਹੜੀ ਪਟਿਆਲਾ ਰਿਆਸਤ ਤੇ ਨਾਭਾ, ਗੁਰ ਬਚਤੇ ਏਪੇ ਮਹਿਪਾਲਾ। ਇਹ ਗੁਰੂ ਜੀ ਦੇ ਬਚਨਾਂ ਦੇ ਨਾਲ ਹੀ ਸਾਰਾ ਕੁਝ ਹੋਇਆ ਭਾਈ। ਪਹਿਲੇ 7ਵੇਂ ਪਾਤਸ਼ਾਹ ਜੀ ਨੇ ਬਖਸ਼ਾਂ ਕੀਤੀਆਂ, ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ਾਂ ਕੀਤੀਆਂ। ਜਬੇ ਮਹਿਕ ਸਿੱਖ ਲੈ ਮਨ ਗਏ। ਹੁਣ ਜਿਸ ਵਕਤ ਸਤਿਗੁਰੂ ਜੀ ਨੇ ਭੇਜੇ ਸਿੱਖਾਂ ਨੂੰ, ਲੋਕਾਂ ਨੇ ਕਿਹਾ ਨਾ ਵੀ ਆ ਝੋਟਾ ਬੜਾ ਮਾਰ ਖੰਡਾ, ਨੁਕਸਾਨ ਬੜਾ ਕਰਦਾ, ਤੇ ਗੁਰੂ ਪਾਤਸ਼ਾਹ ਸਿੱਖਾਂ ਨੇ ਕਿਹਾ ਪਕੜ ਕੇ ਲਿਆਓ ਇਹਨੂੰ। ਤੇ ਜਦੋਂ ਸਿੱਖ ਗਏ ਸਨ ਬੰਗੇਰ ਝੋਟਾ ਪਕੜਨ ਦੇ ਲਈ, ਆਸ ਕਰਤ ਵੰਗੇ ਹਰ ਪਏ। ਤੇ ਪਿੰਡ ਵਾਲੇ ਜਿਹੜੇ ਸਨ ਉਹ ਮਜ਼ਾਕ ਕਰਦੇ ਸਨ ਸਿੱਖਾਂ ਨੂੰ। ਜਦੋਂ ਸਿੱਖ ਗਏ ਨਾ ਪੰਜ ਲੈਣ ਵਾਸਤੇ ਝੋਟਾ, ਇਹ ਭਾਈ ਉਹ ਕਿਹੜਾ ਝੋਟਾ ਜਿਹੜਾ ਮਾਰਦਾ ਮਾਰਖੰਡ, ਤੇ ਉਹ ਲਾਗੇ ਮਜ਼ਾਕ ਕਰਨ। ਮਾਰਖੰਡ ਸੋ ਦਇਓ ਬਤਾਏ। ਕਹਿੰਦੇ ਉਹ ਹੈ ਟੋਬੇ ਦੇ ਵਿੱਚ ਬੜਿਆ ਹੋਇਆ, ਫੜ ਲੋ, ਲੱਗ ਜੂ ਤੁਹਾਨੂੰ ਪਤਾ। ਉਹਦਾ ਇਸ਼ਾਰਾ ਕਰਕੇ ਦੱਸਿਆ। ਮਾਰੇ ਪਿਖੈ ਤਮਾਸ਼ਾ ਤਾਏ। ਉਹਨਾਂ ਨੇ ਕਿਹਾ ਵੀ ਝੋਟਾ ਇਹਨਾਂ ਦੇ ਪਿੱਛੇ ਪਊਗਾ। ਇਹ ਅਣਜਾਣ ਨੇ, ਇਹਨਾਂ ਨੂੰ ਪਤਾ ਨਹੀਂ ਹੈ ਵੀ ਇਹ ਝੋਟੇ ਕਿਤੇ ਕਾਬੂ ਆਉਂਦੇ ਹੁੰਦੇ ਨੇ, ਤੇ ਅਸੀਂ ਵੇਖਾਂਗੇ ਫਿਰ ਤਮਾਸ਼ਾ ਇਹਨਾਂ ਦਾ। ਬਦਰੀ ਤਰਸੋ ਖਰੋ ਬਤਾਇਓ। ਜਦੋਂ ਦੇਖਿਆ ਲੱਭਿਆ ਮਿਲ ਗਿਆ, ਬੇਰੀ ਦੇ ਥੱਲੇ ਖੜਿਆ। ਗੁਰ ਕੇ ਨਾਮ ਸੁਨੇ ਚਲ ਆਇਓ। ਤੇ ਉਹਨੂੰ ਸਿੱਖਾਂ ਨੇ ਕਿਹਾ ਵੀ ਭਾਈ ਗੁਰੂ ਨੇ ਬੁਲਾਇਆ ਤੈਨੂੰ, ਤੇਰਾ ਭਲਾ ਕਰਨਾ, ਗੁਰੂ ਨੇ ਆ ਜਾ। ਆਰਾਮ ਦੇ ਨਾਲ ਤੁਰ ਪਿਆ, ਕੋਈ ਉਹਨੇ ਹੁਜਤ ਕਰਿਓ ਨਹੀਂ, ਨਾ ਭੋਸਰਿਆ, ਨਾ ਉਹਨੇ ਭੱਜਣਾ ਕੀਤਾ।
ਆਰਾਮ ਨਾਲ ਤੁਰ ਪਿਆ। ਲਖੀ ਅਵਗਿਆ ਗੁਰ ਕੀ ਹੋਈ। ਤੇ ਹੁਣ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਆਪਾਂ ਨਾ ਸਤਿਗੁਰਾਂ ਜੀ ਦੀ ਅਵਗਿਆ ਕਰਕੇ, ਜਾਣ ਕੇ ਕਰ ਗਏ ਕਿ ਅਣਜਾਣਪਣੇ ਦੇ ਵਿੱਚ ਕਰ ਗਏ। ਗਲਤੀ ਜਿਹੜੀ ਹੈ ਗਲਤੀ ਹੈ, ਉਹ ਚਾਹੇ ਆਪਾਂ ਨੇ ਜਾਣ ਕੇ ਕੀਤੀ ਹੈ ਚਾਹੇ ਅਣਜਾਣਪਣੇ 'ਚ ਕੀਤੀ। ਵੈਸੇ ਬਾਣੀ ਨਹੀਂ ਮੰਨਦੀ ਇਸ ਗੱਲ ਨੂੰ ਵੀ ਆਪਾਂ ਅਣਜਾਣਪਣੇ 'ਚ ਕਰਦੇ ਹਾਂ। ਇਹ ਤਾਂ ਉਦੋਂ ਸ਼ਬਦ ਅਸੀਂ ਵਰਤਦੇ ਹਾਂ ਵੀ ਜਦੋਂ ਫੜੇ ਜਾਂਦੇ ਆ ਨਾ, ਗਲਤੀ ਜ਼ਾਹਰ ਹੋ ਜਾਂਦੀ, ਫਿਰ ਉੱਥੇ ਸ਼ਬਦ ਵਰਤਦੇ ਆ ਬਈ ਮੈਨੂੰ ਪਤਾ ਨਹੀਂ ਸੀ ਹੈ। ਜਦੋਂ ਤੱਕ ਨਹੀਂ ਸੀ ਜ਼ਾਹਰ ਹੋਇਆ ਪਤਾ ਸੀ, ਸਭ ਕੁਝ ਕਰਦਾ ਰਿਹਾ। ਹੁਣ ਜ਼ਾਹਰ ਹੋ ਗਿਆ, ਹੁਣ ਕਹਿੰਦਾ ਮੈਨੂੰ ਪਤਾ ਨਹੀਂ ਸੀ ਹੈ, ਫਿਰ ਬਹਾਨਾ ਭਾਲਦਾ। ਪਤਾ ਹੈਗਾ। ਕਬੀਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ। ਜਾਣ ਬੁੱਝ ਕੇ ਔਗਣ ਕਰਦਾ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਤਾ ਇਹਨੂੰ ਵੀ ਇਹ ਗਲਤ ਹੈ, ਠੀਕ ਹੈ। ਕਾਹੇ ਕਿ ਕੁਛ ਲਾਤ ਹਾਥ ਦੀਪ ਕੂਏ ਪੈ। ਇਹ ਕੋਈ ਖੁਸ਼ੀ ਵਾਲੀ ਗੱਲ ਨਹੀਂ ਹੈ ਕਿ ਪ੍ਰਮਾਤਮਾ ਨੇ ਤੈਨੂੰ ਬੁੱਧੀ ਰੂਪ ਅਕਲ ਰੂਪੀ ਦੀਵਾ ਦਿੱਤਾ ਤੇ ਤੂੰ ਇੱਕ ਖੂਹ 'ਚ ਡਿੱਗ ਜਾਵੇਂ। ਇਹ ਸਿਆਣ ਵਾਲੀ ਗੱਲ ਨਹੀਂ। ਠੀਕ ਹੈ, ਪਸ਼ੂ ਨੂੰ ਨਹੀਂ ਪਤਾ ਵੀ ਮੈਂ ਕਿਤੇ ਫਸਦਾ, ਪੰਛੀ ਨੂੰ ਨਹੀਂ ਪਤਾ ਵੀ ਆਹ ਜਿਹੜਾ ਚੋਗਾ ਖੰਡਾਇਆ ਹੈ ਇਹਦੇ ਉੱਪਰ ਜਾਲ ਵੀ ਹੈ, ਪੰਛੀ ਨੂੰ ਨਹੀਂ ਪਤਾ, ਉਹ ਅਣਜਾਣ ਹੈ। ਪਰ ਮਨੁੱਖ ਨੂੰ ਪਤਾ ਹੈ ਸਭ ਕੁਝ। ਇਹ ਕਿਸੇ ਦੇ ਜਾਲ 'ਚ ਕਿੱਥੇ ਫਸਦਾ ਤਾਂ ਹੋਰਾਂ ਕਈਆਂ ਨੂੰ ਫਸਾਉਂਦਾ ਆਪਣੇ ਜਾਲ ਦੇ ਵਿੱਚ। ਇਹ ਤਾਂ ਆਪਣੇ ਜਾਲ 'ਚ ਕਈਆਂ ਨੂੰ ਫਸਾਉਂਦਾ ਹੈ, ਕਿਸੇ ਦੇ ਜਾਲ 'ਚ ਫਸਦਾ ਨਹੀਂ ਹੈ, ਪਤਾ ਹੈ। ਹੁਣ ਜੋ ਕੁਝ ਹੋਣਾ ਸੀ ਉਹ ਹੋ ਗਿਆ, ਜਾਣ ਕੇ ਹੋਇਆ ਜਾਂ ਅਣਜਾਣਪਣੇ ਦੇ ਵਿੱਚ ਹੋਇਆ। ਸਤਿਗੁਰੂ ਜੀ ਕਹਿੰਦੇ ਵੀ ਜੇ ਤੂੰ ਸ਼ਰਨ 'ਚ ਆ ਜਾਵੇਂ ਨਾ ਤੂੰ ਬਖਸ਼ਿਆ ਜਾਏਗਾ, ਵੀ ਅੱਜ ਤੋਂ ਬਾਅਦ ਇਹ ਗਲਤੀ ਨਹੀਂ ਕਰਨੀ, ਬਖਸ਼ਿਆ ਜਾਏਗਾ। ਗਲਤੀ ਜਾਣ ਕੇ ਕੀਤੀ, ਜਾਣਪਣੇ 'ਚ। ਇਹ ਹੁਣ ਛੱਡ ਦਿਓ, ਚਲਾਕੀ ਹੁਸ਼ਿਆਰੀ ਛੱਡ ਦਿਓ, ਹੁਣ ਗਲਤੀ ਤਾਂ ਹੋਈ ਹੈ। ਸੋ ਇਹਨਾਂ ਨੂੰ ਅਹਿਸਾਸ ਹੋਇਆ ਵੀ ਆਪਾਂ ਨੇ ਨਾ ਇਹ ਗਲਤੀ ਕਰੀ। ਆਪਾਂ ਕਹਿੰਦੇ ਸਿੱਖਾਂ ਦਾ ਮਜ਼ਾਕ ਉਡਾਵਾਂਗੇ, ਵੇਖਾਂਗੇ। ਜਦੋਂ ਇਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ, ਸਭ ਵੰਗੇ ਰਹਿ ਮਿਲ ਸਭ ਕੋਈ। ਤਾਂ ਫਿਰ ਨਗਰ ਵਾਲੇ ਕੁਝ ਸਿਆਣੇ ਬੰਦੇ ਇਕੱਠੇ ਹੋਏ, ਕਹਿੰਦੇ ਉਹ ਭਾਈ ਭੁੱਲ ਬਖਸ਼ਾ ਲਓ ਆਪਣੀ, ਜਾ ਕੇ ਸਤਿਗੁਰਾਂ ਜੀ ਦੇ ਕੋਲ। ਇਕੱਠੇ ਹੋ ਗਏ ਸਾਰੇ ਨਗਰ ਵਾਲੇ, ਬਖਸ਼ਾਵਨ ਹਿਤ ਚੱਲ ਕਰ ਆਏ। ਫਿਰ ਆਏ ਸਤਿਗੁਰਾਂ ਜੀ ਦੇ ਕੋਲ ਆਪਣੀ ਗਲਤੀ ਬਖਸ਼ਾਉਣ ਦੇ ਲਈ। ਤੋਏ ਤੂੰ ਫੰਗ ਪਾਇਣ ਲਿਆਏ। ਇਹਨਾਂ ਨੇ 2 ਬੰਦੂਕਾਂ ਤੇ ਹੋਰ ਭੇਟਾਵਾਂ ਲਿਆਂਦੀਆਂ। ਆਦਰ ਸਦਕੇ ਤਿਕ ਸੰਗ ਲੀਨ। ਤੇ ਸਾਰੇ ਨਗਰ ਦੇ ਵਿੱਚੋਂ ਰਸਦ ਇਕੱਠੀ ਕੀਤੀ, ਉਹ ਵੀ ਲੈ ਕੇ ਆਏ। ਕੁਛ ਕਰੂ ਪਰਸ ਪਾਵਨ ਕੀਨ। ਲਿਆ ਕੇ ਸਤਿਗੁਰਾਂ ਜੀ ਦੇ ਲੰਗਰ 'ਚ ਪਾਈਆਂ ਤੇ ਦਰਸ਼ਨ ਕਰਦੇ ਹਨ। ਤੇ ਨਹਿਤ ਗੁਰ ਕੋ ਲੈ ਆਏ। ਦੇਣ ਵਾਸਤੇ ਲਿਆਏ ਨੇ ਸਾਰੀਆਂ ਭੇਟਾਵਾਂ ਅਰਪਣ ਕਰਨ ਦੇ ਲਈ। ਸਾਰੇ ਆਗੇ ਸਭ ਸੀਸ ਨਿਵਾਏ। ਤੇ ਸਤਿਗੁਰਾਂ ਜੀ ਦੇ ਅੱਗੇ ਰੱਖ ਕੇ ਸੀਸ ਨਿਵਾਉਣਾ ਕੀਤਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਹਉਮ ਵਿੱਚ ਦਿੱਤਾ, ਹਉਮ ਵਿੱਚ ਲਿਆ। ਚਲੋ ਦੇਣ ਵਾਲੇ ਨਾਲ ਤਾਂ ਹਉ ਸ਼ਬਦ ਜੁੜਿਆ ਹੋਇਆ ਠੀਕ ਹੈ, ਪਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਇੱਥੇ ਲੈਣ ਵਾਲਾ ਵੀ ਹਉ ਦੇ ਵਿੱਚ ਹੈ। ਦੇਣ ਵਾਲੇ ਦੀ ਹਉਮੈ ਸੁਭਾਵਿਕ ਹੈ, ਪਰ ਲੈਣ ਵਾਲਾ ਵੀ ਹਉਮੈ ਕਰਦਾ ਹੈ। ਦੇਖਿਆ ਮੈਂ ਤੈਨੂੰ ਲੈ ਕੇ ਦਿਖਾਇਆ ਨਾ, ਦੇਣ ਵਾਲਾ ਵੀ ਹਉਂ ਦੇ ਵਿੱਚ ਹੈ ਤੇ ਲੈਣ ਵਾਲਾ ਵੀ ਹਉਂ ਦੇ ਵਿੱਚ ਹੈ। ਪਰ ਇਹ ਗੁਰੂ ਨਾਨਕ ਦੇ ਘਰ ਦਾ ਨਿਯਮ ਕੀ ਹੈ ਵੀ ਇੱਥੇ ਦੇਣ ਵਾਲੇ ਨੂੰ ਹੱਥ ਜੋੜਨੇ ਪੈਂਦੇ ਆ ਕਿ ਪਾਤਸ਼ਾਹ ਇਹ ਸਾਡੇ ਤਿਲ ਫੁੱਲ ਭੇਟਾ ਪ੍ਰਵਾਨ ਕਰ ਲਿਓ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੁਣ ਦੇਣ ਵਾਲੇ ਨੂੰ ਕਿਤੇ ਹੱਥ ਜੋੜਨੇ ਪੈਣੇ ਆ ਨਾ, ਇੱਥੇ ਹੱਥ ਜੋੜਨੇ ਪੈਂਦੇ ਆ ਕਿ ਵੀ ਪਾਤਸ਼ਾਹ ਸਾਡੀ ਭੇਟਾ ਪ੍ਰਵਾਨ ਕਰ ਲਿਓ। ਨਾਲੇ ਦੇਣਾ ਤੇ ਨਾਲੇ ਹੱਥ ਜੋੜਨਾ।
ਆਏ ਸਤਿਗੁਰਾਂ ਜੀ ਦੇ ਹਜੂਰ ਦੋਵੇਂ ਹੱਥ ਜੋੜਦੇ ਹਨ। ਹਾਥ ਜੋੜ ਥਿਰ ਅਰਜ ਗੁਜਾਰੀ। ਬੇਨਤੀ ਕੀਤੀ ਸਤਿਗੁਰਾਂ ਜੀ ਨੂੰ ਖੜੇ ਹੋ ਕੇ, ਪ੍ਰਭ ਜੀ ਬਖਸ਼ੋ ਖਤਾ ਹਮਾਰੀ। ਦੱਸਿਆ ਵੀ ਪਾਤਸ਼ਾਹ ਵੀ ਅਸੀਂ ਨਾ ਖੁਨਾਮੀ ਕਰ ਬੈਠੇ ਆਂ ਤੇ ਆਪ ਜੀ ਕਿਰਪਾ ਕਰਕੇ ਬਖਸ਼ ਦਿਓ। ਮਹਿਕ ਲੈਨ ਸਿੱਖ ਭੇਜੇ ਜਬੈ। ਤੇ ਜਦੋਂ ਆਪ ਜੀ ਦੇ ਸਿੱਖ ਗਏ ਸਨ ਝੋਟਾ ਲੈਣ ਦੇ ਲਈ, ਅਮਨੇ ਕਪਟ ਰਚਿਓ ਪਿਖ ਤਬੈ। ਉਸ ਵਕਤ ਮਹਾਰਾਜ ਅਸੀਂ ਨਾ ਤਮਾਸ਼ਾ ਦੇਖਣ ਵਾਸਤੇ ਛਲ ਕੀਤਾ ਸੀ ਸਿੱਖਾਂ ਦੇ ਨਾਲ। ਅਮਨੇ ਪੜਦਾ ਟਕਿਓ ਹਮਾਰੋ। ਪਰ ਸਤਿਗੁਰੂ ਜੀ ਤੁਸੀਂ ਤਾਂ ਫੇਰ ਵੀ ਸਾਡਾ ਪਰਦਾ ਢੱਕੀ ਰੱਖਿਆ, ਸਾਨੂੰ ਕੁਝ ਨਹੀਂ ਕਿਹਾ ਅੱਜ ਤੱਕ। ਆਪ ਜੀ ਨੇ ਸਾਡਾ ਪਰਦਾ ਢੱਕਿਆ, ਬਣਾ ਕੇ ਰੱਖਿਆ। ਗਇਓ ਬਠਿੰਡੇ ਮਹਿਕ ਵਿਚਾਰੋ। ਤੇ ਉਹ ਚਲਾ ਗਿਆ ਝੋਟਾ ਬਠਿੰਡੇ ਦੇ ਵਿੱਚ। ਰੂਪਕ ਰੂਪ ਰਸ ਹੇਰੇ ਤਰਕ। ਜਦੋਂ ਸਤਿਗੁਰਾਂ ਜੀ ਨੇ ਦੇਖੇ ਸ਼ਾਸਤਰ ਅੱਗੇ ਲਿਆਂਦੇ ਇਹਨਾਂ ਦੇ ਰੱਖੇ ਹੋਏ, ਗੁਰੂ ਪ੍ਰਸੰਨ ਪਏ ਇਮ ਕਹਿ ਕਰ। ਸਤਿਗੁਰੂ ਜੀ ਖੁਸ਼ ਹੋ ਗਏ। ਕਾਰਿਆ ਔਗਣ ਪਛੋ ਤਾਵਣ। ਜਿਹੜਾ ਔਗਣ ਕਰਕੇ ਪਛਤਾਉਂਦਾ ਅੱਗੇ ਤੋਂ ਵਾਅਦਾ ਕਰਦਾ ਵੀ ਨਹੀਂ ਕਰਦਾ, ਉਹ ਬਖਸ਼ੇ ਹੀ ਜਾਂਦਾ। ਸਤਿਗੁਰਾਂ ਜੀ ਨੇ ਖੁਸ਼ ਹੋ ਕੇ ਕਹਿਣਾ ਕੀਤਾ, ਗਿਆ ਜਾਚਤ ਹੋ ਕਰੋ ਸੁਨਾਵਨ। ਸਤਿਗੁਰੂ ਜੀ ਕਹਿੰਦੇ ਭਾਈ ਕੋਈ ਗੱਲ ਨਹੀਂ, ਜੋ ਪਿੱਛੇ ਹੋਣਾ ਸੀ ਹੋ ਗਿਆ, ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਤੁਸੀਂ ਬਖਸ਼ੇ ਗਏ ਹੋ। ਬਾਕੀ ਗੁਰੂ ਨਾਨਕ ਦੇ ਘਰ ਦਾ ਨਿਯਮ ਹੈ ਵੀ ਇੱਥੇ ਪਰਦਾ ਕੱਢਿਆ ਹੀ ਜਾਂਦਾ, ਪਰਦਾ ਢੱਕਿਆ ਹੀ ਜਾਂਦਾ। ਇੱਥੇ ਦੁਸ਼ਮਣ ਦਾ ਵੀ ਪਰਦਾ ਨਹੀਂ ਉਧੇੜਿਆ ਜਾਂਦਾ, ਦੁਸ਼ਮਣ ਦਾ ਵੀ ਕੋਈ ਗੱਲ ਨਹੀਂ ਹੈ। ਸੋ ਪ੍ਰਮਾਤਮਾ ਸਭ ਦੇ ਪਰਦੇ ਕੱਢਦਾ ਹੈ ਤੇ ਸਿੱਖਿਆ ਹੀ ਹੈ ਵੀ ਭਾਈ ਪਰਦਾ ਕੱਢਣਾ, ਉਧੇੜਨਾ ਨਹੀਂ ਹੈ ਕਿਸੇ ਦਾ, ਕੱਢਣਾ। ਹੁਣ ਤੁਸੀਂ ਦੱਸੋ ਵੀ ਤੁਹਾਨੂੰ ਚਾਹੀਦਾ ਕੀ ਹੈ? ਬਖਸ਼ੀ ਖਤਾ ਪਰ ਅਬ ਪਾਵਨ। ਉਹ ਤੁਸੀਂ ਹੁਣ ਖਿਆਲ ਛੱਡ ਦਿਓ, ਉਹ ਅਸੀਂ ਬਖਸ਼ ਦਿੱਤਾ ਤੁਹਾਨੂੰ, ਤੁਸੀਂ ਹੁਣ ਪਾਵਨ ਹੋ ਗਏ ਹੋ। ਹਾਥ ਜੋਰ ਤਬ ਸਭਨ ਬਖਾਨਾ। ਤੇ ਸਾਰੇ ਬੰਗੇਰ ਵਾਲਿਆਂ ਨੇ ਸੰਗਤ ਨੇ ਹੱਥ ਜੋੜ ਕੇ ਬੇਨਤੀ ਕਰੀ, ਰਾਮੇ ਕੋ ਦੇ ਰਾਜ ਮਹਾਨਾ। ਕਹੇ ਮਹਾਰਾਜ ਵੀ ਸਾਨੂੰ ਪਤਾ ਲੱਗਿਆ ਵੀ ਆਪ ਜੀ ਨੇ ਭਾਈ ਰਾਮੇ ਨੂੰ ਤਲੋਕੇ ਨੂੰ ਵੱਡੇ ਰਾਜ ਦੀ ਬਖਸ਼ਿਸ਼ ਕਰੀ ਹੈ। ਹਮਕੋ ਵੀ ਬਖਸ਼ੋ ਕਰ ਕਰੁਣਾ। ਤੇ ਹੁਣ ਵਾਰਾ ਸਾਡੇ ਤੇ ਵੀ ਕਿਰਪਾ ਕਰ ਦਿਓ, ਫਿਰ ਸਾਨੂੰ ਵੀ ਰਾਜ ਭਾਗ ਬਖਸ਼ ਦਿਓ। ਆਏ ਪਰੇ ਰਾਵਣ ਕੀ ਸ਼ਰਨਾ। ਅਸੀਂ ਸਾਰੇ ਆਪ ਜੀ ਦੀ ਸ਼ਰਨ ਦੇ ਵਿੱਚ ਆਏ ਆ। ਸ੍ਰੀ ਗੁਰ ਕਹਿਓ ਮਿਲੇ ਤੁਮ ਆਏ। ਸਤਿਗੁਰੂ ਜੀ ਕਹਿੰਦੇ ਭਾਈ ਜਦੋਂ ਤੁਸੀਂ ਹੁਣ ਆ ਕੇ ਸਾਨੂੰ ਮਿਲ ਲਿਓ, ਜਾਣੇ ਅਵਗਿਆ ਲੈ ਬਖਸ਼ਾਏ। ਤੇ ਤੁਸੀਂ ਆਪਣੀ ਜਿਹੜੀ ਹੋਈ ਅਵਗਿਆ ਸੀ ਉਹ ਵੀ ਬਖਸ਼ਾ ਲਈ ਹੈ। ਅੰਤੇ ਪ੍ਰਥਮ ਰਾਜ ਹੈ ਜੇਤਿਕ। ਇਸ ਕਰਕੇ ਭਾਈ ਪਹਿਲਾ ਜਿਹੜਾ ਰਾਜ ਭਾਗ ਹੈ ਕੇਤਿਕ ਸਮੈ ਥਿਰ ਰਹਿ ਗੋ ਤੇਤਿਕ। ਉਹ ਜ਼ਰੂਰ ਟਿਕਿਆ ਰਹੇਗਾ ਤੁਹਾਡੇ ਕੋਲ। ਸੀਨੇ ਕੋ ਕਰ ਸੁਖ ਪਾਓ। ਪਰ ਤੁਸੀਂ ਸੁਖ ਪਾਓਗੇ ਵੀ ਦੂਸਰੇ ਦੇ ਅਧੀਨ ਨਹੀਂ ਰਹੋਗੇ। ਸਿੱਖ ਸੰਗਤ ਕੀ ਸੇਵਕ ਮਾਓ। ਇਹ ਬਈ ਇਹ ਤਾਂ ਮਿਲਣਾ ਸਥਿਰ ਰਾਜ ਜੇ ਤੁਸੀਂ ਕਰੋਗੇ ਸੇਵਾ। ਤੁਹਾਡੇ ਵਿੱਚ ਤੇ ਭਾਈ ਰਾਮੇ ਤਲੋਕੇ 'ਚ ਫਰਕ ਹੈ, ਕਿਉਂਕਿ ਉਹਨਾਂ ਨੇ ਤਾਂ ਗੁਰੂ ਘਰ ਦੀ ਸੇਵਾ ਕੀਤੀ ਹੈ ਬਈ, ਪਰ ਤੁਸੀਂ ਪਹਿਲਾਂ ਅਵਗਿਆ ਕਰਕੇ ਆਏ ਹੋ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੋਵਾਂ 'ਚ ਫਰਕ ਹੈ ਨਾ। ਉਹ ਤਾਂ ਸੇਵਾ ਕਰਕੇ ਆਏ ਨੇ, ਜਣਾਇਆ ਨਹੀਂ ਉਹਨਾਂ ਨੇ, ਤੇ ਤੁਸੀਂ ਕੀਤੀ ਵਗਿਆ। ਇਸ ਕਰਕੇ ਤੁਹਾਨੂੰ ਵੀ ਰਾਜ ਮਿਲੇਗਾ, ਤੁਹਾਡੀ ਵੀ ਸਥਿਰਤਾ ਬਣੀ ਰਹੇਗੀ, ਪਰ ਤੁਹਾਨੂੰ ਸਿੱਖ ਸੰਗਤ ਦੀ ਸੇਵਾ ਕਰਨੀ ਪਊਗੀ। ਸੇਵਾ ਕਰੀ ਜਾਓ ਸਿੱਖਾਂ ਦੀ ਤੇ ਭਾਈ ਰਾਜ ਸੁਖ ਮਾਣੀ ਜਾਓ। ਇਮ ਬਖਸ਼ਾਏ ਕਿਤਕ ਦਿਨ ਰਹੇ। ਕੁਝ ਦਿਨ ਸਤਿਗੁਰਾਂ ਜੀ ਦੇ ਕੋਲ ਰਹਿ ਕੇ ਫਿਰ ਇਹ ਸੇਵਾ ਕਰਦੇ ਰਹੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ। ਗੁਰੂ ਜੀ ਨੇ ਸੇਵਾ ਹੀ ਦੱਸਿਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ, ਕਹੋ ਨਾਨਕ ਬਾਹ ਲੋੜਾਈ ਹੈ।
ਸੇਵਾ ਤੋਂ ਬਿਨਾ ਅਹੰਗ ਭਾਵ ਜਾਂਦਾ ਨਹੀਂ, ਨਿਮਰਤਾ ਆਉਂਦੀ ਨਹੀਂ। ਨਿਮਰਤਾ ਤੋਂ ਬਿਨਾ ਪਰਮਾਤਮਾ ਦੇ ਗੁਣ ਜਿਹੜੇ ਆ ਉਹ ਸਾਂਭੇ ਨਹੀਂ ਜਾਂਦੇ। ਸਾਂਭਣ ਲਈ ਨਿਮਰਤਾ ਦੀ ਧਰਤੀ ਚਾਹੀਦੀ, ਉਹ ਬਣਨੀ ਸੇਵਾ ਕਰਕੇ। ਸੋ ਜਿਨ ਸੇਵਿਆ ਤਿਨ ਪਾਇਆ ਮਾਣ। ਜਿਨ੍ਹਾਂ ਨੇ ਵੀ ਸਿਮਰਨ ਕਰੀ, ਸੇਵਾ ਕੀਤੀ, ਮਾਣ ਤੇ ਉਹਨਾਂ ਨੂੰ ਸਤਿਗੁਰੂ ਜੀ ਕਹਿੰਦੇ ਮਿਲੇ ਹੀ ਆ ਭਾਈ। ਸੋ ਇਉਂ ਕੁਝ ਦਿਨ ਸੇਵਾ ਕਰਦੇ ਰਹੇ ਸਤਿਗੁਰਾਂ ਜੀ ਦੇ ਕੋਲ। ਰੁਖਸਦ ਹੋਏ ਗ੍ਰਾਮ ਮਗ ਗਏ। ਫਿਰ ਗੁਰੁਖਸਦ ਹੋਏ ਸਤਿਗੁਰਾਂ ਜੀ ਦੇ ਕੋਲ ਵਿਦਾ ਹੋ ਕੇ ਆਪਣੇ ਨਗਰ ਬੰਗੇਰ ਨੂੰ ਵਾਪਸ ਚਲੇ ਜਾਂਦੇ ਐ। ਜੇ ਥਾਨ ਬੈਠ ਇੱਕ ਦਿਨ ਮਹਿ। ਇੱਕ ਦਿਨ ਦੀ ਗੱਲ ਹੈ ਕਿ ਸਤਿਗੁਰੂ ਜੀ ਉੱਚੇ ਥਾਂ ਤੇ ਬੈਠੇ ਹਨ। ਲਗਿਓ ਦੀਵਾਨ ਸੁਹਾਏ ਸਬਨ ਮਹਿ। ਸਤਿਗੁਰਾਂ ਜੀ ਦਾ ਦਰਬਾਰ ਸਜਿਆ ਹੋਇਆ ਹੈ। ਡਲ ਸਿੰਘ ਗਣ ਬਿਰਾੜ ਥਿਰ ਸਾਰੇ। ਭਾਈ ਡਲ ਸਿਉ ਤੇ ਹੋਰ ਜਿਹੜੇ ਬਰਾੜ ਨੇ ਉਹ ਸਾਰੇ ਬੈਠੇ ਨੇ। ਬਿਨ ਸੁਨਾਵਤ ਬਾਕੇ ਉਚਾਰੇ। ਸਾਰਿਆਂ ਨੂੰ ਸੁਣਾਉਂਦਿਆਂ ਹੋਇਆਂ ਗੁਰੂ ਜੀ ਸੁਭਾਵਕ ਬਚਨ ਕਰਦੇ ਹਨ। ਬਹੁ ਗੋ ਤੂਮ ਖੇਤ ਦਿਖ ਆਵਹਿ। ਸਤਿਗੁਰੂ ਜੀ ਕਹਿੰਦੇ ਭਾਈ ਆ ਸਾਹਮਣੇ ਕਣਕ ਦੇ ਖੇਤ ਨਜ਼ਰ ਆ ਰਹੇ ਨੇ। ਸੁੰਦਰ ਸਵਾਦਲ ਆਨੇ ਉਪਾਵਹਿ। ਹੁਣ ਤੇ ਭਾਈ ਸੋਹਣੀ ਕਣਕ ਹੋਏਗੀ, ਜਿਸ ਤਰੀਕੇ ਦੇ ਨਾਲ ਖੇਤ ਭਰੇ ਹੋਏ ਦਿਖਾਈ ਦੇ ਰਹੇ ਨੇ ਕਣਕ ਦੇ। ਹੁਣ ਡੱਲੇ ਜੁਤ ਸਭ ਕਰ ਜੋਰੇ। ਭਾਈ ਡੱਲਾ ਹੱਥ ਜੋੜ ਕੇ ਸਤਿਗੁਰਾਂ ਜੀ ਨੂੰ ਬੇਨਤੀ ਕਰਦਾ ਹੈ। ਇਹੀ ਖਰੀ ਪ੍ਰਭੂ ਇਹਦ ਉਰੇ। ਕਹਿੰਦੇ ਮਹਾਰਾਜ ਉਰੇ ਕਣਕ ਕਿੱਥੇ ਆ ਗਈ? ਇਹ ਤਾਂ ਕਾਹੀ ਖੜੀ ਨਜ਼ਰ ਆਉਂਦੀ ਹੈ। ਕੋ ਤੂੰ ਖਰੀ ਨਾ ਉਚਾਰੋ। ਐ ਮਹਾਰਾਜ ਜੀ ਨੂੰ ਤੁਸੀਂ ਕਣਕ ਨਾ ਕਹੀ ਜਾਓ। ਮੋਠ ਬਾਜਰੀ ਭਲੇ ਵਿਚਾਰੋ। ਸਾਡੇ ਤਾਂ ਮੋਠ ਬਾਜਰਾ ਹੀ ਚੰਗਾ ਹੈ। ਫਿਰ ਗੋ ਤੂੰ ਜਹਾਂ ਉਪਾਵੈ। ਜੇ ਪਾਤਸ਼ਾਹ ਇਸ ਧਰਤੀ ਦੇ ਉੱਤੇ ਕਣਕ ਹੋਣ ਲੱਗ ਪਈ, ਤੁਰਕ ਦੇਹ ਦੁਖ ਚੜ ਚਲ ਆਵੇ। ਤੇ ਤੁਰਕਾਂ ਨੇ ਇੱਧਰ ਨੂੰ ਵੀ ਚੜ ਕੇ ਆ ਜਾਣਾ ਤੇ ਸਾਨੂੰ ਦੁਖੀ ਕਰਿਆ ਕਰਨਗੇ। ਸੁਣ ਕਰ ਸ਼੍ਰੀ ਮੁਖ ਤੇ ਮੁਸਕਾਏ। ਸਤਿਗੁਰੂ ਜੀ ਸੁਣ ਕੇ ਡੱਲੇ ਦੇ ਕੋਲੋਂ ਮੁਸਕਰਾਉਂਦੇ ਹਨ। ਲਖ ਮਤ ਹੀ ਨੇ ਮੌਨ ਰਹਾਏ। ਚੁੱਪ ਹੀ ਰਹੇ। ਸਤਿਗੁਰੂ ਜੀ ਕਹਿਣ ਲੱਗੇ ਵੀ ਹਾਲੇ ਇਹਨਾਂ ਦੀ ਮੱਤ ਪੂਰੀ ਤਰ੍ਹਾਂ ਜਾਗੀ ਨਹੀਂ, ਪੂਰੀ ਤਰ੍ਹਾਂ ਇਹਨਾਂ ਦਾ ਹਾਲੇ ਗੁਰੂ ਦੇ ਉੱਤੇ ਵਿਸ਼ਵਾਸ ਬਣਿਆ ਨਹੀਂ ਹੈ। ਹਾਲੇ ਗੁਰੂ ਦੇ ਕਹੇ ਦੇ ਉੱਤੇ ਤਰਕ ਕਰਦੇ ਹਨ। ਲਕੇ ਨ ਤੁਰਕ ਪਏ ਅਬਦਾ। ਇਹਨਾਂ ਨੂੰ ਇਹ ਨਹੀਂ ਪਤਾ ਵੀ ਤੁਰਕ ਤਾਂ ਹੁਣ ਭਾਈ ਵਾਪਸ ਚਲੇ ਗਏ ਨੇ ਮੁਕਤਸਰ ਦੇ ਯੁੱਧ ਤੋਂ ਬਾਅਦ। ਹੁਣ ਕਿੱਥੇ ਆਉਣਾ ਉਹਨਾਂ ਨੇ? ਆਪੇ ਤਾਂ ਮੁੜੇ ਨੇ। ਉਹ ਇਹ ਜਾਣਦੇ ਨੇ ਵੀ ਤੁਰਕਾਂ ਦਾ ਤਾਂ ਅੰਤ ਹੋ ਚੁੱਕਿਆ ਹੈ। ਤੁਰਕੋ ਬਾਕ ਥਿਰੇ ਸਦ ਸਦਾ। ਵੀ ਸਤਿਗੁਰਾਂ ਜੀ ਦਾ ਜਿਹੜਾ ਬਚਨ ਹੈ ਉਹ ਸੱਚਾ ਹੈ, ਸਦਾ ਸਥਿਰ ਹੈ। ਜੋ ਗੁਰੂ ਨੇ ਕਹਿਤਾ ਵੀ ਗਏ ਤੁਰਕ ਤੇ ਗਏ ਭਾਈ। ਨਿੰਨੇ ਕਾਂਗੜ ਦੀ ਧਰਤੀ ਤੋਂ ਸਤਿਗੁਰਾਂ ਜੀ ਨੇ ਕਹਿਤਾ ਵੀ ਤੁਰਕ ਰਾਜ ਦੀ ਜੜ ਪੁੱਟੀ ਗਈ, ਤੇ ਗੁਰੂ ਜੀ ਨੇ ਕਹਿਤਾ ਪੁੱਟੀ ਗਈ ਤੇ ਪੁੱਟੀ ਗਈ। ਪਰ ਇਹਨਾਂ ਦਾ ਹਲੇ ਯਕੀਨ ਨਹੀਂ ਬਣਿਆ। ਇਹ ਹਾਲੇ ਵੀ ਤੁਰਕਾਂ ਤੋਂ ਡਰਦੇ ਹਨ। ਬੀਤ ਗਏ ਕੇਤਕ ਦਿਨ ਔਰ। ਇਸ ਤਰ੍ਹਾਂ ਕੁਝ ਦਿਨ ਹੋਰ ਲੰਘ ਜਾਂਦੇ ਨੇ। ਬੈਠੇ ਸਤਿਗੁਰ ਉੱਚੀ ਠੌਰ। ਫਿਰ ਉਸੇ ਤਰ੍ਹਾਂ ਹੀ ਸਤਿਗੁਰੂ ਜੀ ਬੈਠੇ ਨੇ ਉੱਚੀ ਥਾਵੇਂ। ਸ਼ਰਦਾਈ ਸ਼ਕ ਅਮਲ ਦ੍ਰਿਗ ਆਏ। ਉਸ ਵਕਤ ਸ਼ਰਦਾਈਆਂ ਰਗੜਾ ਲੱਗਿਆ। ਡੱਲੇ ਸਹਿਤ ਨਿਕਟ ਸੁਮਦਾਏ। ਭਾਈ ਡੱਲੇ ਦੇ ਸਮੇਤ ਕੋਲ ਬੈਠੇ ਨੇ ਸਾਰੇ। ਦ੍ਰਿਸ਼ਟਿ ਉਚੇਰੀ ਕਰ ਗੁਰ ਭਾਣੇ। ਫਿਰ ਗੁਰੂ ਪਾਤਸ਼ਾਹ ਜੀ ਉਸੇ ਤਰ੍ਹਾਂ ਹੀ ਸਾਹਮਣੇ ਵੇਖ ਕੇ ਕਹਿੰਦੇ ਹਨ। ਦੇਖੋ ਕਮਾਦ ਕਰੇ ਤਕਣੇ। ਸਤਿਗੁਰੂ ਜੀ ਕਹਿੰਦੇ ਭਾਈ ਸਾਨੂੰ ਖੇਤਾਂ ਦੇ ਵਿੱਚ ਕਮਾਦ ਗੰਨੇ ਨਜ਼ਰ ਆ ਰਹੇ ਨੇ। ਜਿਸ ਤੇ ਬੋਬਿਦ ਕੇ ਮਿਸ਼ਟਾਨ। ਪਾਤਸ਼ਾਹ ਜੀ ਕਹਿੰਦੇ ਭਾਈ ਹੁਣ ਇੱਕ ਗੰਨੇ ਹੋਣਗੇ, ਗੁੜ ਬਣੇਗਾ, ਸ਼ੱਕਰ ਖੰਡ ਬਣੇਗੀ। ਇਹ ਤਾਂ ਭਲੇ ਲਹਿ ਸਵਾਦ ਜਹਾਨ। ਤੇ ਭਾਈ ਇਥੋਂ ਤਾਂ ਸਾਰੇ ਜਣੇ ਇਹਦਾ ਮਾਣਿਆ ਕਰਨਗੇ ਰਸ। ਸੁਣ ਬੈਰਾੜ ਕਹੈ ਕਰ ਜੋਰ। ਫਿਰ ਬਰਾੜਾ ਨੇ ਹੱਥ ਜੋੜ ਕੇ ਕਿਹਾ ਪ੍ਰਭ ਜੀ ਨਹਿ ਕਮਾਦ ਔਰ। ਕਹਿੰਦੇ ਮਹਾਰਾਜ ਇਹ ਸਾਡੇ ਇਲਾਕੇ ਦੇ ਵਿੱਚ ਨਹੀਂ ਹੁੰਦਾ। ਇੱਥੇ ਗੰਨੇ ਕਿੱਥੇ ਹੁੰਦੇ ਨੇ? ਇੱਥੇ ਨਹੀਂ ਹੁੰਦਾ ਹੈ।
ਆਪ ਜੀ ਨੂੰ ਪਛਾਣ ਨਹੀਂ ਹੈਗੀ ਵੀ ਇੱਕ ਕੀ ਹੁੰਦਾ ਹੈ। ਪਹਿਲਾਂ ਆਪ ਜੀ ਕਹਿੰਦੇ ਵੀ ਕਣਕ ਖੜੀ ਦਿਖਾਈ ਦਿੰਦੀ ਹੈ, ਇਸੇ ਕਰਕੇ ਗੱਲਾਂ ਜੋੜੀਆਂ ਹੋਈਆਂ ਨਾਲ ਵੀ ਬਾਬਾ ਜੀ ਦਾ ਸੁੱਖਾ ਛਕਿਆ ਹੋਇਆ ਹੈ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਗੱਲਾਂ ਤਾਂ ਹੀ ਜੋੜੀਆਂ ਨੇ ਬਾਬਾ ਜੀ ਦੇ ਨਾਲ। ਸਮਝਿਆ ਨਹੀਂ, ਪੂਰਨ ਪਰਮੇਸ਼ਰ ਨਹੀਂ ਸਮਝਿਆ, ਉਹ ਜੋੜਤੀਆਂ ਵੀ ਬਾਬਾ ਜੀ ਨੇ ਦੇਗਾਂ ਚੱਕੀਆਂ, ਦੇਗਾਂ ਚੱਕ ਕੇ ਉਹ ਗੱਲਾਂ ਕਰਦੇ। ਕਹਿੰਦੇ ਮਹਾਰਾਜ ਗੰਨੇ ਕਿੱਥੇ ਆ ਗਏ, ਇੱਕ ਕਿੱਥੇ ਹੁੰਦਾ ਸਾਡੇ, ਇੱਥੇ ਨਹੀਂ ਹੁੰਦਾ ਕਦੇ ਵੀ। ਦਿਨ ਲੰਬੇ ਰੇ ਵੱਧ ਬਹੁ ਗਏ, ਮਹਾਰਾਜ ਉਹੀ ਘਾਹ ਨੇ ਜਿਹੜੇ ਲੰਮੇ ਵਧੀ ਜਾਂਦੇ ਹਨ। ਉਹ ਆਗੇ ਤੁਮ ਦੇਖਤ ਪਏ, ਇਹ ਮਹਾਰਾਜ ਤੁਸੀਂ ਪਹਿਲਾਂ ਵੀ ਵੇਖੇ ਨੇ, ਹੁਣ ਵੀ ਤੁਸੀਂ ਵੇਖ ਰਹੇ ਹੋ। ਇਤੇ ਆਦਿਕ ਵਤ ਚਾਹੇ ਨ ਕੋਈ, ਇੱਥੇ ਚਾਹੁੰਦਾ ਵੀ ਨਹੀਂ ਕੋਈ ਵੀ ਸਾਡੇ ਇੱਕੋ ਹੋਵੇ। ਮੋਠ ਬਾਜਰੀ ਨਿਪਜੇ ਜੋਈ, ਕਿਉਂਕਿ ਸਾਨੂੰ ਤਾਂ ਮੋਠ ਬਾਜਰਾ ਹੀ ਚੰਗਾ ਹੈ। ਸੋਈ ਭਲੀ ਹੈ ਇਸ ਦੇਸ਼, ਬਸ ਸਾਨੂੰ ਚੰਗਾ ਹੋਈ ਜਾਂਦੇ ਹਨ ਇੱਥੇ। ਨਾਹੇ ਤਾਂ ਪਹੁੰਚੇ ਤੁਰਕ ਵਿਸ਼ੇਸ਼, ਇਹ ਮਹਾਰਾਜ ਇੱਥੇ ਫਸਲਾਂ ਹੋਣ ਲੱਗ ਪਈਆਂ, ਤੁਰਕਾਂ ਨੇ ਫੇਰ ਆ ਜਾਣਾ ਇੱਥੇ। ਸਰਬ ਪਾਤ ਤੇ ਦੁਖ ਉਪਤਾਈ, ਸਾਡੇ ਲਈ ਤਾਂ ਇਹ ਦੁਖਦਾਈ ਹੋ ਜਾਣਗੀਆਂ ਚੀਜ਼ਾਂ। ਆਇਓ ਤੁਮ ਆਪਣੋ ਭਲੋ ਨ ਪਾਏ, ਸਤਿਗੁਰੂ ਜੀ ਕਹਿੰਦੇ ਵੀ ਤੁਸੀਂ ਆਪਣਾ ਭਲਾ ਨਹੀਂ ਚਾਹੁੰਦੇ ਹੈ। ਗੁਰੂ ਤੁਹਾਡਾ ਭਲਾ ਕਰਦਾ ਹੈ, ਪਰ ਨਹੀਂ ਤੁਸੀਂ ਚਾਹੁੰਦੇ। ਆਪਣੀ ਪਰ ਸਿਰ ਦਰ ਕੀ ਹੋਤੇ, ਸਤਿਗੁਰੂ ਜੀ ਕਹਿੰਦੇ ਭਾਈ ਤੁਸੀਂ ਰੁਕੇ ਹੋਏ ਹੋ, ਤੁਹਾਡਾ ਸਿਦਕ ਨਹੀਂ ਬਣਿਆ ਹਲੇ। ਹਾਂ ਲਗਾਵਨ ਹੈ ਤੇ ਉਚਾਰੇ, ਸਤਿਗੁਰੂ ਜੀ ਕਹਿੰਦੇ ਤਾਂ ਸਾਨੂੰ ਵੀ ਪਤਾ ਵੀ ਕਣਕ ਨਹੀਂ ਹੈ ਇੱਥੇ, ਸਾਨੂੰ ਵੀ ਪਤਾ ਵੀ ਨਹੀਂ ਝੋਨਾ ਨਹੀਂ ਖੁੰਦਾ, ਇਹ ਤਾਂ ਸਾਨੂੰ ਵੀ ਪਤਾ, ਪਰ ਅਸੀਂ ਤਾਂ ਇਹ ਸਾਰਾ ਕੁਝ ਤੁਹਾਨੂੰ ਦੇ ਰਹੇ ਹਾਂ ਵੀ ਭਾਈ ਲੈ ਲਓ, ਤੁਹਾਡੀ ਧਰਤੀ ਇਹ ਸਾਰਾ ਕੁਝ ਉਪਜਾੜਨ ਲੱਗ ਜੇਗੀ। ਪਰ ਤੁਸੀਂ ਮੰਨਦੇ ਨਹੀਂ ਹੈ, ਤੁਸੀਂ ਨੰਨਾ ਪਾਈ ਜਾਂਦੇ ਹੋ, ਨਾ ਕਰੀ ਜਾਂਦੇ ਹੋ। ਭਲੇ ਪਦਾਰਥ ਜੋ ਤਹ ਹੁਤੇ, ਭਾਈ ਜਿਹੜੇ ਭਲੇ ਪਦਾਰਥ ਹੁੰਦੇ ਹਨ ਸਗਰੇ ਉਪਜਤ ਸਵਾਦ ਲਈਤੇ, ਸਾਰੇ ਸਤਿਗੁਰੂ ਜੀ ਕਹਿੰਦੇ ਥੋੜੇ ਦਿਨਾਂ ਦੇ ਵਿੱਚ ਹੀ ਹੋਣ ਲੱਗ ਜਾਣੇ ਸਨ। ਕਿ ਚਿਤ ਦਿਨ ਹੋਏ ਤੁਰਕ ਬਿਨਾਸੀ, ਕਿਉਂਕਿ ਤੁਰਕਾਂ ਦਾ ਤਾਂ ਭਾਈ ਨਾਸ ਹੋ ਹੀ ਚੁੱਕਿਆ ਹੈ, ਤਾਂ ਪਰਾਉਣੇ ਨੇ ਹੁਣ। ਰਾਜ ਖਾਲਸੇ ਕੋ ਹੋਏ ਰਾਸੀ, ਹੁਣ ਤੇ ਭਾਈ ਖਾਲਸੇ ਦਾ ਰਾਜ ਹੋਣਾ। ਮੋਠ ਬਾਜਰੀ ਅੰਗੀਕਾਰ ਹੋ, ਪਰ ਤੁਸੀਂ ਕਹਿੰਦੇ ਸਾਨੂੰ ਤਾਂ ਮੋਠ ਬਾਜਰਾ ਹੀ ਠੀਕ ਹੈ, ਉਹਨੂੰ ਹੀ ਬਾਰ-ਬਾਰ ਕਹੀ ਜਾਂਦੇ ਚੰਗਾ। ਜੇ ਤੁਸੀਂ ਮੋਠ ਬਾਜਰਾ ਹੀ ਅੰਗੀਕਾਰ ਕਰਦੇ ਹੋ, ਅਪਰ ਨਾ ਹੋਏ ਇਸ ਦੇਸ਼ ਉਚਾਰ ਹੋ, ਤੁਸੀਂ ਕਹਿੰਦੇ ਵੀ ਹੋਰ ਕੁਝ ਹੁੰਦਾ ਨਹੀਂ ਤੇ ਨਾ ਸਾਨੂੰ ਲੋੜ ਹੈ। ਸਵਾ ਜਾਮ ਦਿਨ ਚਰ ਹੈ ਜਾਵਦ, ਸਤਿਗੁਰੂ ਜੀ ਕਹਿੰਦੇ ਭਾਈ ਤੁਹਾਡਾ ਉਹ ਹਾਲ ਹੈ ਜਿਵੇਂ ਕਿਸੇ ਬੰਦੇ ਨੂੰ ਨਾ ਸਵਾ ਪਹਿਰ ਦਿਨ ਚੜੇ ਤੋਂ ਬਾਅਦ ਅਕਲ ਆਉਂਦੀ, ਸੁੱਤੇ ਹੀ ਰਹਿੰਦੇ ਪਹਿਲਾਂ, ਉਸ ਤਰ੍ਹਾਂ ਤੁਸੀਂ ਕਰ ਰਹੇ ਹੋ। ਤੁਮਰੀ ਮਤ ਥਿਰ ਰਹਿ ਨ ਤਾਵਦ, ਉਦੋਂ ਤੱਕ ਤੁਹਾਡੀ ਮੱਤ ਟਿਕਾਣੇ ਨਹੀਂ ਆਉਂਦੇ। ਬਚਨ ਹਟਾਵਤ ਰਹੇ ਨ ਮਾਨਾ, ਭਾਈ ਤੁਸੀਂ ਬਚਨਾਂ ਨੂੰ ਹਟਾਇਆ ਹੈ, ਮੰਨੇ ਨਹੀਂ। ਕਿਹੜਾ ਵਚਨ ਹੈ ਗੁਰਮੁਖ ਹੋਇਓ, ਹਰ ਕੇ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ। ਜੋ ਮਾਲਕ ਦੇ ਦਰ ਤੇ ਵਰਤਿਆ ਉਹੀ ਗੁਰੂ ਨਾਨਕ ਸਾਹਿਬ ਜੀ ਸੁਣਾਉਂਦੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੁਣਾਉਂਦੇ ਨੇ। ਇਹ ਦਰਗਾਹੀ ਬਚਨ ਹੈ, ਪਰਮਾਤਮਾ ਗੁਰੂ ਦੀ ਰਸਨਾ ਰਾਹੀਂ ਹੀ ਬੋਲਦਾ। ਸਤਿਗੁਰੂ ਜੀ ਕਹਿੰਦੇ ਭਾਈ ਇਹ ਸਾਰਾ ਕੁਝ ਹੋ ਗਿਆ ਹੈ, ਕਿਆ ਹੀ ਤੁਹਾਨੂੰ ਦੱਸਿਆ, ਪਰ ਤੁਸੀਂ ਹਟਾਈ ਜਾਂਦੇ ਹੋ, ਨਹੀਂ ਮੰਨਦੇ। ਆਓ ਸੁਨੋ ਇਹ ਦੇਸ਼ ਮਹਾਨਾ, ਪਾਤਸ਼ਾਹ ਜੀ ਕਹਿੰਦੇ ਤਾਂ ਵੀ ਭਾਈ ਇਹ ਦੇਸ਼ ਮਹਾਨ ਹੈ, ਲੋਕਾਂ ਵਾਸਤੇ ਜੰਗਲ ਹੋਵੇਗਾ, ਪਰ ਸਾਡਾ ਤੇ ਇਹ ਮਾਲਵਾ ਹੈ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਹਾਡੇ ਲਈ ਜੰਗਲ ਹੋਣਾ ਹੈ, ਤੁਸੀਂ ਮੰਨੀ ਜਾਓ, ਪਰ ਸਾਡੇ ਲਈ ਤੇ ਮਾਲਵਾ ਹੋ ਗਿਆ। ਹੁਣ ਇਹ ਦੇਸ਼ ਮਹਾਨ ਹੋ ਗਿਆ। ਸਨੇ ਸਨੇ ਗੋ ਤੁਮ ਹੋਏ ਜਾਏ, ਪਾਤਸ਼ਾਹ ਜੀ ਕਹਿੰਦੇ ਵੀ ਹੌਲੇ ਹੌਲੇ ਸਭ ਕੁਝ ਹੋਵੇਗਾ, ਕਿਤੇ ਕਣਕ ਵੀ ਹੋਊ, ਝੋਨਾ ਵੀ ਹੋਊ। ਉਹ ਇਲਾਕਾ ਜਿੱਥੇ ਮੀਂਹ ਪੈਣ ਤੋਂ ਹੀ ਸਾਰਾ ਕੁਝ ਸੀ, ਸਭ ਕੁਝ ਹੋਵੇਗਾ, ਸਭ ਕੁਝ ਹੋਵੇਗਾ। ਇੱਥੇ ਗੰਨੇ ਵੀ ਹੋਣਗੇ, ਸਾਰੀਆਂ ਫਸਲਾਂ ਹੋਣਗੀਆਂ
ਜਿਹੜੀਆਂ ਮਰਜ਼ੀ ਪੈਦਾ ਕਰ ਲਿਓ। ਤਿਨ ਪ੍ਰਤ ਬਸਰ ਹੈ ਅਦਕਾਏ। ਸਤਿਗੁਰੂ ਜੀ ਕਹਿੰਦੇ ਭਾਈ ਸਹਿਜੇ ਸਹਿਜੇ ਬਰਕਤਾਂ ਪੈਂਦੀਆਂ ਜਾਣਗੀਆਂ। ਅਪਰ ਕਾਜ ਤੁਮ ਬਹੁਤ ਬੇਕਾਰ। ਗੁਰੂ ਜੀ ਕਹਿੰਦੇ ਬਾਕੀ ਜਿਹੜੇ ਹੋਰ ਕੰਮ ਹਨ ਭਾਈ, ਮਾਨਿਓ ਬਾਕਨ ਜਥਾ ਉਚਾਰ। ਉਹ ਤੁਸੀਂ ਗੱਲ ਸਾਡੀ ਮੰਨੀ ਨਹੀਂ ਹੈ, ਨਹੀਂ ਤਾਂ ਇਹ ਬਹੁਤ ਛੇਤੀ ਹੋ ਜਾਣ ਵਾਲਾ ਕੰਮ ਸੀ। ਕਿਉਂਕਿ ਇੱਥੇ ਕਿਹੜੇ ਦੇਰ ਲੱਗਣੀ ਆ। ਸਭ ਨਿਧਾਨ ਦਸ ਅਸ਼ਟ ਸਧਾਨ, ਠਾਕਰ ਕਾਰ ਤਲ ਧਰਿਆ। ਉਹ ਤਾਂ ਹਥੇਲੀ ਤੇ ਰੱਖਿਆ ਹੋਇਆ ਮਾਲਕ ਨੇ ਸਾਰਾ ਕੁਝ, ਉਹਨੇ ਕਿਹੜੇ ਚੁੱਕ ਕੇ ਦੇਣਾ, ਹਾਥੀ ਟੇਢਾ ਕਰਨਾ ਬਸ। ਪਰ ਹੁਣ ਲੈਣ ਵਾਲਾ ਲੈਂਦਾ ਨਹੀਂ, ਕਹਿੰਦਾ ਲੋੜ ਨਹੀਂ ਮੈਨੂੰ। ਹੁਣ ਦੇਣ ਵਾਲਾ ਕੀ ਕਰੇ। ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾ ਮੈਂ ਚੂਕ, ਅੰਧੇ ਏਕ ਨਾ ਲਾਗੇ ਜੋ ਬਾਂਸ ਵਜਾਈਏ ਫੂਕ। ਉੱਥੇ ਗੁਰੂ ਕੀ ਕਰੇ ਜਦੋਂ ਚੁੱਕ ਸਿੱਖਾਂ ਦੇ ਵਿੱਚ ਪਈ ਹੋਈ। ਪਾਤਸ਼ਾਹ ਜੀ ਕਹਿੰਦੇ ਭਾਈ ਸਭ ਕੁਝ ਦੇਤਾ, ਸਮੇਂ ਨਾਲ ਪ੍ਰਗਟ ਹੋਵੇਗਾ। ਨਾਹੀਂ ਤਾਂ ਸਕਲ ਵਸਤ ਇਸ ਦੇਸ਼। ਨਹੀਂ ਤਾਂ ਹੁਣੇ ਹੀ ਬਣ ਜਾਣਾ ਤੇ ਤੁਹਾਡਾ ਕੰਮ ਥੋੜੇ ਦਿਨਾਂ ਦੇ ਵਿੱਚ। ਜਤ ਨਿਤ ਪ੍ਰਤ ਹੋਤ ਬਸ਼ੇਸ਼। ਤੁਸੀਂ ਆਪ ਦੇਖਦੇ ਆਪਣੀ ਅੱਖਾਂ ਦੇ ਨਾਲ ਕਿਵੇਂ ਕਣਕ ਹੁੰਦੀ, ਕਿਵੇਂ ਝੋਨਾ ਹੁੰਦਾ। ਤੁਸੀਂ ਵੇਖਦੇ ਆਪਣੀ ਜ਼ਿੰਦਗੀ ਦੇ ਵਿੱਚ, ਪਰ ਹੁਣ ਤੁਸੀਂ ਦੇਖ ਨਹੀਂ ਪਾਓਗੇ। ਹੋਵੇਗਾ ਸਭ ਕੁਝ, ਪਰ ਤੁਸੀਂ ਨਹੀਂ ਦੇਖੋਗੇ। ਤੁਸੀਂ ਨਾ ਨੰਨਾ ਮਾਰਦੇ ਹੋ, ਨਾ ਕਰਦੇ ਹੋ। ਨਹੀਂ ਤੇ ਹੁਣੇ ਵੇਖਦੇ ਤੁਸੀਂ। ਡਲ ਸਿੰਘ ਆਦਿਕ ਗਨ ਬੈਰਾਰ। ਹੁਣ ਭਾਈ ਡੱਲ ਸਿਓ ਤੇ ਨਾਲ ਜਿਹੜੇ ਇਹਦੇ ਬਰਾੜ ਹਨ, ਫਿਰ ਹੋਏ ਰਹੇ ਮੌਨ ਮੁਖਤਾਰ। ਬਾਬੇ ਚੁੱਪ ਕਰਕੇ ਬੈਠ ਗਏ ਕਿ ਭਾਈ ਆਪਾਂ ਨੇ ਸਮਾਂ ਗਵਾਰਿਆ। ਸੋ ਇਸ ਤਰ੍ਹਾਂ ਭਾਈ ਗੁਰੂ ਜੀ ਦਾ ਜਿਹੜਾ ਵਚਨ ਹੈ ਨਾ, ਉਹਨੂੰ ਸੱਤ ਕਰਕੇ ਮੰਨਣਾ ਹੁੰਦਾ ਹੈ। ਆਪਣੀ ਅਕਲ ਦੇ ਘੋੜੇ ਨਹੀਂ ਦੜਾਉਣੇ ਹੈ, ਵਚਨ ਨੂੰ ਸੱਤ ਕਰਕੇ, ਜੋ ਵੀ ਹੈ ਸੱਤ ਕਰਕੇ ਮੰਨ ਲਓ। ਸਵੇਰੇ ਸਤਿਗੁਰਾਂ ਜੀ ਦਾ ਵਚਨ ਹੋ ਗਿਆ, ਹੁਕਮਨਾਮਾ ਹੋ ਗਿਆ। ਕਈਆਂ ਦੀ ਤਸੱਲੀ ਨਹੀਂ ਹੈ, ਉਹ ਕਹਿੰਦੇ ਜੀ ਅਸੀਂ ਤਾਂ ਹੁਕਮਨਾਮਾ ਆਪਣਾ ਲੈਣਾ, ਬਸ ਫਿਰ ਤੁਹਾਡਾ ਹੀ ਹੈ, ਗੁਰੂ ਦਾ ਨਹੀਂ ਹੈ। ਤੁਹਾਡਾ ਹੀ ਹੈ, ਤੁਹਾਡੀ ਮਰਜ਼ੀ ਹੈ, ਜਿਹੜਾ ਮਰਜ਼ੀ ਲੈ ਲਓ। ਗੁਰੂ ਵਾਲੇ ਨੂੰ ਸਵੀਕਾਰ ਨਹੀਂ ਕੀਤਾ, ਆਪਣੀ ਮਰਜ਼ੀ ਨਾਲ ਲਿਆ। ਜਿਹੜਾ ਮੈਨੂੰ ਠੀਕ ਲੱਗਦਾ ਮੈਂ ਤਾਂ ਉਹ ਲੈਣਾ। ਗੁਰੂ ਦੇ ਬਚਨ ਦੇ ਵਿੱਚ ਹੀ ਗੁਰਮੁਖੋ ਸਾਰੇ ਸੁੱਖ ਨੇ, ਇਹਨੂੰ ਸੱਤ ਕਰਕੇ ਮੰਨ ਲਓ। ਬਹਿ ਗਏ ਫਿਰ ਨੀਵੀਂ ਪਾ ਕੇ ਵੀ ਹੁਣ ਕੀ ਕਰੀਏ, ਆਪਾਂ ਤਾਂ ਨੰਨਾ ਪਾਤਾ, ਗੱਲ ਮੰਨੀ ਨਹੀਂ। ਸਤਿਗੁਰਾਂ ਜੀ ਦੇ ਜਾਣ ਸਕੇ ਨਹਿ ਆਚੈ ਗੁਰ ਕੋ। ਕਿਉਂਕਿ ਆਪਾਂ ਗੁਰੂ ਜੀ ਦੇ ਆਸ਼ੇ ਨੂੰ ਨਹੀਂ ਸਮਝ ਸਕੇ। ਬਾਕਣ ਪਰ ਧੀਰਜ ਉਰ ਕੋ। ਪਰ ਹੁਣ ਫੇਰ ਵੀ ਧੀਰਜ ਨਹੀਂ ਛੱਡਿਆ। ਕਹਿੰਦੇ ਕੋਈ ਗੱਲ ਨਹੀਂ, ਅੱਗੇ ਨੂੰ ਭਾਈ ਇਹ ਗਲਤੀ ਨਹੀਂ ਕਰਨੀ ਹੈ ਵੀ ਜੋ ਸਤਿਗੁਰੂ ਜੀ ਕਹਿੰਦੇ ਹਨ ਉਹਨੂੰ ਸੱਤ ਕਰਕੇ ਮੰਨਣਾ। ਆ ਫਿਰ ਗੁਰਮੁਖੋ ਬਿਕਰਮੀ ਸੰਮਤ 1900 ਦੇ ਵਿੱਚ ਫਿਰ ਆ ਨਹਿਰ ਨਿਕਲੀ ਸਰਹੰਦ ਵਾਲੀ, ਤੇ ਅੱਜ ਆਪਾਂ ਸਾਰਾ ਕੁਝ ਇਹ ਅੱਖਾਂ ਦੇ ਨਾਲ ਵੇਖ ਰਹੇ ਹਾਂ ਵੀ ਵਾਕਿਆ ਗੁਰੂ ਦਾ ਮਾਲਵਾ ਹੈ। ਹੁਣ ਕਿ ਮਾਝੇ ਦੁਆਬੇ ਦਾ ਮਾਲਵੇ ਦਾ ਕੋਈ ਫਰਕ ਨਹੀਂ ਹੈ, ਸਾਰਾ ਕੁਝ ਸਤਿਗੁਰਾਂ ਜੀ ਦੀ ਕਿਰਪਾ ਦੇ ਨਾਲ ਇੱਕੋ ਹੀ ਹੋ ਗਿਆ। ਗੁਰੂ ਪਾਤਸ਼ਾਹ ਜੀ ਦੇ ਚਰਨ ਪਾਏ ਹੋਏ ਉਹ ਇਤਿਹਾਸਕ ਸਥਾਨ ਪੂਰੇ ਵਰਲਡ ਦੇ ਵਿੱਚ ਜਾਣੇ ਜਾਂਦੇ ਨੇ ਗੁਰੂ ਕਰਕੇ। ਇਹ ਆ ਗੁਰੂ ਕਾ ਮਾਲਵਾ। ਸੋ ਭਾਈ ਬਚਨ ਮੰਨ ਲਓ, ਉਹਦੇ 'ਚ ਹੀ ਆਪਣਾ ਭਲਾ ਹੈ। ਪਾਵਨ ਇਤਿਹਾਸ ਦੀ ਵਿਚਾਰ ਕਰਦਿਆਂ ਹੋਇਆ ਹੋਈਆਂ ਭੁੱਲਾਂ ਲਈ ਦਾਸ ਖਿਮਾ ਦਾ ਜਾਚਕ ਹੈ। ਸਤਿਗੁਰਾਂ ਜੀ ਦਾ ਮਹਾਨ ਉਤਮ ਜਾਸ ਜੋ ਸਰਵਣ ਕੀਤਾ ਹੈ, ਮਨ ਵਿੱਚ ਵਸਾਈਏ, ਹਿਰਦੇ ਵਿੱਚ ਧਾਰਨ ਕਰੀਏ, ਜਿਸ ਕਰਕੇ ਲੋਕ ਸੁਖੀਏ ਪਰਲੋਕ ਸਹੇਲੇ ਸਾਡਾ ਜੀਵਨ ਹੋ ਜਾਵੇ। ਕੱਲ ਤੋਂ ਸ਼ਾਮ ਦੇ ਸਮੇਂ ਦੇ ਵਿੱਚ 15 ਮਿੰਟ ਦੀ ਤਬਦੀਲੀ ਕੀਤੀ ਗਈ ਹੈ। ਕਥਾ ਦਾ ਸਮਾਂ ਭਾਈ ਆਪਣਾ 5:45 ਤੋਂ 6:45 ਵਜੇ ਤੱਕ ਹੋਏਗਾ। ਸੋਦਰ ਦੀ ਚੌਂਕੀ ਇਸੇ ਤਰ੍ਹਾਂ ਹੀ 6:45, 6:45 ਤੋਂ 6:45। ਸ਼ਾਮ ਦੇ ਸਮੇਂ ਵਿੱਚ 15 ਮਿੰਟ ਵਧਾਏ ਗਏ ਹਨ। ਸਮੇਂ ਦੇ ਮੁਤਾਬਕ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੂਤਾ ਹੈ ਅਬਨਾਸੀ ਅਗ, हे पूरन हे सर्व मैं दुख भंजन, हे संगी हे निरंकार, हे निर्गुण सब,
हे गोबिंद हे गुण निधान जाके सदा, हे अपरंपर हर हरे हाय पे होवन, हे संत कै सदा संग निधाराया, हे ठाकुर हाँ दासरो मैं निर्गुण गुण नहीं, नानक दीजै नाम दान राखो हिय परोए। आए प्रभ शरणागति कृपा निध दयाल, एक अखर हर मन बस्त नानक होत निहाल। वाहिगुरु नाम जहाज है चढ़े सो तरे पार, जो शरदा कर सेवंदे गुर पार उतारण हार। वाहिगुरु नाम जहाज है चढ़े सो तरे पार, जो शरदा कर सेवंदे गुर पार उतारण हार। वाहे गुरु 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 वाहे गुरु। वाहिगुरु जी का खालसा वाहिगुरु जी की फतेह।